ਸਰ ਭਾਈ ਗੁਰਦਾਸ ਜੀ ਦੇ ਮੁਤਾਬਕ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ। ਚਾਰੇ ਦਿਸ਼ਾਵਾਂ ਦੇ ਵਿੱਚ ਇਸ ਨੌ ਖੰਡ ਪ੍ਰਿਥਵੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਰਮਣ ਕਰਕੇ ਭੁੱਲਿਆਂ ਹੋਇਆਂ ਨੂੰ ਭਟਕਿਆਂ ਹੋਇਆਂ ਨੂੰ ਸਿੱਧੇ ਮਾਰਗ ਤੇ ਪਾਇਆ, ਮਨਮੁਖ ਨੂੰ ਗੁਰਮਤਿ ਦਾ ਰਸਤਾ ਦਿਖਾਇਆ, ਭਲੇ ਕਰਮ ਕਰਨ ਦੀ ਜਾਂਚ ਉਹਨਾਂ ਲੋਕਾਂ ਨੂੰ ਸਿਖਾਈ ਜਿਨ੍ਹਾਂ ਦੀ ਜ਼ਿੰਦਗੀ ਬੁਰਿਆਈ ਦੇ ਕਰਮ ਕਰਦਿਆਂ ਹੀ ਬਤੀਤ ਹੋ ਰਹੀ ਸੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਦੀਪ ਤੋਂ ਦੂਸਰੇ, ਜਿਵੇਂ 7 ਦੀਪ ਮੰਨੇ ਹਨ, ਇੱਕ ਇਲਾਕੇ ਤੋਂ ਦੂਸਰੇ ਤੋਂ ਤੀਸਰੇ ਇਲਾਕੇ ਤੇ ਵਿਚਰਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਜੋ ਰਹਿਮਤ ਵਰਤਾ ਰਹੇ ਨੇ। ਕਵੀ ਸੰਤੋਖ ਸਿੰਘ ਜੀ ਦੇ ਮੁਤਾਬਕ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਇਹ ਇਤਿਹਾਸ ਸੁਣਾ ਰਹੇ ਨੇ। ਉਹਦੇ ਨਾਲ ਨਾਲ ਆਪਾਂ ਵੀ ਇਸ ਅਸਥਾਨ ਤੇ ਬੈਠ ਕੇ ਇਤਿਹਾਸ ਨੂੰ ਜਾਣਨ ਸਮਝਣ ਦਾ ਯਤਨ ਕਰ ਰਹੇ ਹਾਂ। ਅਗਲੇਰੇ ਇਤਿਹਾਸ ਵਿੱਚ ਕੀ ਸਰਵਣ ਕਰਾਉਂਦੇ ਨੇ, ਬੜੇ ਪਿਆਰ ਨਾਲ ਸਰਵਣ ਕਰੋ ਜੀ। ਸ਼੍ਰੀ ਅੰਗਦ ਸੁਣੀਏ ਗੁਣ ਪੂਰਨ। ਭਾਈ ਬਾਲਾ ਜੀ ਖਡੂਰ ਸਾਹਿਬ ਦੇ ਪਵਿੱਤਰ ਅਸਥਾਨ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਇਤਿਹਾਸ ਸੁਣਾਉਂਦਿਆਂ ਆਖ ਰਹੇ ਨੇ, ਸ਼੍ਰੀ ਅੰਗਦ ਭਾਵ ਗੁਰੂ ਅੰਗਦ ਸਾਹਿਬ ਜੀ ਸੁਣੀਏ ਗੁਣ ਪੂਰਨ, ਜਿਹੜੇ ਸ਼ੁਭ ਗੁਣਾਂ ਨਾਲ ਭਰਪੂਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਉਹਨਾਂ ਦਾ ਅੱਗੋਂ ਇਤਿਹਾਸ ਸੁਣਨਾ ਕਰੋ ਜੀ। ਆਏ ਜੰਬੂ ਮੈਂ ਗੁਣ ਪੂਰਨ। ਸਤਿਗੁਰੂ ਜੀ ਹੁਣ ਜਿਸ ਇਲਾਕੇ ਵਿੱਚ ਪਹੁੰਚੇ ਨੇ ਉਹਦਾ ਨਾਮ ਹੈ ਜੰਬੂ। ਜੰਬੂ ਇੱਕ ਦੀਪ ਦਾ ਨਾਮ ਹੈ। ਇਹ ਇੱਕ ਖੰਡ ਐਸਾ ਹੈ ਜਿਹਦਾ ਨਾਮ ਹੈ ਜੰਬੂ, ਜਿੱਥੇ ਮਹਾਰਾਜ ਜੀ ਪਹੁੰਚੇ ਹਨ। ਸਹਿਜ ਸੁਭਾਵਿਕ ਆਏ ਸੁਹੇਲੋ। ਇੱਥੇ ਤੱਕ ਮਹਾਰਾਜ ਜੀ ਸਹਿਜ ਸੁਭਾਵਿਕ ਹੀ ਬੜੇ ਸੌਖੇ ਤਰੀਕੇ ਦੇ ਨਾਲ ਆਏ ਨੇ। ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਦਿਆਂ ਭਾਈ ਮਰਦਾਨਾ ਜੀ ਨੂੰ ਆਖਦਿਆਂ ਵੀ ਰਬਾਬ ਵਜਾਓ, ਸ਼ਬਦ ਗਾਇਨ ਕਰਦਿਆਂ ਸਤਿਗੁਰੂ ਜੀ ਨੇ ਇਹ ਜਿਹੜਾ ਰਸਤਾ ਬੜਾ ਸੁਖਾਲਾ ਹੀ ਤੈਅ ਕੀਤਾ ਹੈ। ਬਹੁਤ ਭਇਓ ਤੇ ਦਿਨ ਸੋ ਮਿਲੋ। ਇੱਥੇ ਸਿੱਧ ਮੰਡਲੀ ਰਹਿੰਦੀ ਹੈ। ਗੋਰਖਨਾਥ ਜਿਹੜਾ ਇਹਨਾਂ ਸਾਰੇ ਸਿੱਧਾਂ ਦਾ ਗੁਰੂ ਹੈ। ਪਿਛਲੇਰੇ ਇਤਿਹਾਸ ਵਿੱਚ ਆਪਾਂ ਸੁਮੇਰ ਪਰਬਤ ਦੀ ਵਿਚਾਰ ਨੂੰ ਸਰਵਣ ਕਰ ਚੁੱਕੇ ਹਾਂ, ਜਿੱਥੇ ਗੋਰਖਨਾਥ ਤੇ ਗੋਰਖਨਾਥ ਦੇ ਸਿੱਧ ਜੋਗੀਆਂ ਨਾਲ ਮੁਲਾਕਾਤ ਹੋਈ। ਹੁਣ ਮਹਾਰਾਜ ਜੀ ਜਿਸ ਇਲਾਕੇ ਵਿੱਚ ਆਏ ਨੇ, ਇੱਥੇ ਵੀ ਕਹਿੰਦੇ ਸਿੱਧ ਮੰਡਲੀ ਜਿਹੜੀ ਆ ਉਹ ਰਹਿੰਦੀ ਹੈ, ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਇਹਨਾਂ ਸਿੱਧਾਂ ਦਾ ਇੱਥੇ ਮੇਲ ਹੋਇਆ ਹੈ। ਗੋਰਖ ਤਪ ਕੋ ਹੁਦੋ ਤਤਾਨਾ। ਇੱਥੇ ਗੋਰਖਨਾਥ ਦੇ ਨਾਮ ਤੇ ਇੱਕ ਤਪ ਅਸਥਾਨ ਹੈ। ਤਪ ਅਸਥਾਨ ਗੋਰਖਨਾਥ ਦੇ ਨਾਮ ਤੇ ਹੈ। ਬੈਠ ਗਏ ਤਹਿ ਕਿਰਪਾ ਨਿਧਾਨਾ। ਗੁਰੂ ਮਹਾਰਾਜ ਜੀ ਇਹ ਜਿਹੜਾ ਗੋਰਖਨਾਥ ਦੇ ਨਾਮ ਤੇ ਤਪ ਅਸਥਾਨ ਹੈ, ਜਿੱਥੇ ਸਿੱਧ ਰਹਿੰਦੇ ਨੇ ਜੋਗੀ, ਗੁਰੂ ਮਹਾਰਾਜ ਕਿਰਪਾ ਦੇ ਮਾਲਕ ਜੀ ਇਹਨਾਂ ਦੇ ਕੋਲ ਆ ਕੇ ਬੈਠ ਗਏ। ਸਭ ਸਿਧਣ ਮਿਲ ਇਕ ਤਿਲ ਲੀਨੋ। ਹੁਣ ਇਹਨਾਂ ਸਿੱਧਾਂ ਨੂੰ ਜੋਗੀਆਂ ਨੂੰ ਪਤਾ ਸੀ ਕਿ ਇਹ ਉਹ ਗੁਰੂ ਨਾਨਕ ਜੀ ਨੇ ਜਿਹੜੇ ਸੁਮੇਰ ਪਰਬਤ ਤੇ ਸਾਨੂੰ ਕਹਿੰਦੇ ਸੀ ਵੰਡ ਛਕੋ ਵੰਡ ਛਕੋ, ਜਿਹੜੇ ਸਾਨੂੰ ਕਹਿੰਦੇ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ। ਤਿੰਨ ਸਿਧਾਂਤ ਸਾਨੂੰ ਬੜਾ ਉੱਥੇ ਇਹ ਸਿਖਾਉਂਦੇ ਰਹੇ, ਸਮਝਾਉਂਦੇ ਰਹੇ ਕਿ ਜੋ ਤੁਸੀਂ ਕਿਰਤ ਕਰਨੀ ਹੈ, ਜੋ ਤੁਸੀਂ ਨਾਮ ਜਪਣਾ ਹੈ, ਉਹਨੂੰ ਵੰਡ ਕੇ ਵੀ ਛਕੋ। ਜਿਹੜੀ ਅਸੀਂ ਕਿਰਤ ਕਰਦੇ ਹਾਂ ਉਸ ਕਿਰਤ ਵਿੱਚੋਂ ਅਸੀਂ ਦਸਵੰਧ ਜਿਹੜਾ ਕੱਢ ਕੇ ਲੋੜਵੰਦਾਂ ਵਾਸਤੇ, ਜ਼ਰੂਰਤਮੰਦਾਂ ਵਾਸਤੇ ਅਸੀਂ ਵਰਤਣਾ ਹੈ। ਤੇ ਜਿਹੜਾ ਅਸੀਂ ਨਾਮ ਜਪਦੇ ਹਾਂ, ਨਿਤਨੇਮ ਕਰਦੇ ਹਾਂ, ਪਾਠ ਕਰਦੇ ਹਾਂ, ਉਹ ਕਿਵੇਂ ਵੰਡੀਏ? ਜੋ ਕਿਰਤ ਕੀਤੀ, ਜੋ ਅਸੀਂ ਧਨ ਕਮਾਇਆ, ਉਹਦੇ ਵਿੱਚੋਂ 10ਵਾਂ ਹਿੱਸਾ ਕੱਢ ਕੇ ਅਸੀਂ ਲੋੜਵੰਦਾਂ ਦੇ ਲੇਖੇ ਲਾਤਾ। ਪਰ ਜਿਹੜਾ ਅਸੀਂ ਨਿਤਨੇਮ ਕੀਤਾ ਉਹ ਕਿਵੇਂ ਵੰਡਣਾ? ਗੁਰੂ ਸਾਹਿਬ ਜੀ ਕਹਿੰਦੇ ਹਰਿ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਜੋ ਅਸੀਂ ਨਿਤਨੇਮ ਕੀਤਾ, ਜੋ ਪਾਠ ਕੀਤਾ, ਉਹਦੇ ਵਿੱਚ ਜੋ ਸਮਝ ਆਈ ਉਹ ਅਸੀਂ ਦੂਜਿਆਂ ਵਿੱਚ ਵੰਡਣਾ। ਜੋ ਸਾਨੂੰ ਜਪਜੀ ਸਾਹਿਬ ਦੀ ਬਾਣੀ ਚੋਂ ਸਮਝ ਆਈ ਹੈ ਉਹ ਅਸੀਂ ਦੂਜਿਆਂ ਵਿੱਚ ਵੰਡਣਾ। ਜੋ ਸਾਨੂੰ ਸੋਦਰ ਰਹਿਰਾ ਸਾਹਿਬ ਦੀ ਬਾਣੀ ਵਿੱਚ ਸਮਝ ਆਈ ਉਹ ਅਸੀਂ ਦੂਜਿਆਂ 'ਚ ਵੰਡਣਾ। ਜੋ ਵੀ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਸ਼ਬਦ ਪੜ੍ਹਦੇ ਹਾਂ, ਜੋ ਸਮਝ ਆਈ ਉਹ ਸਭਨਾਂ ਵਿੱਚ ਅਸੀਂ ਵੰਡਣਾ ਹੈ ਕਿ ਗੁਰਬਾਣੀ ਆਹ ਸਾਨੂੰ ਸਮਝਾਉਂਦੀ ਹੈ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਆ ਵੰਡ ਕੇ ਛਕਣਾ ਤੁਸੀਂ। ਹੁਣ ਇਹਨਾਂ ਸਿੱਧਾਂ ਨੂੰ ਪਤਾ ਸੀ ਕਿ ਉਹ ਗੁਰੂ ਨਾਨਕ ਸਾਹਿਬ ਨੇ ਜਿਹੜੇ ਸਾਨੂੰ ਵੰਡ ਕੇ ਛਕਣ ਦੀ ਗੱਲ ਕਰਦੇ ਆ, ਪਰ ਇਹ ਕੀ ਵੰਡ ਕੇ ਛਕ ਸਕਦੇ ਨੇ ਕਿ ਨਹੀਂ? ਉਹਨਾਂ ਨੇ ਕੀ ਖੇਡ ਬਣਾਈ ਵੀ ਇੱਕ ਛੋਟਾ ਜਿਹਾ ਤਿਲ ਦਾ ਦਾਣਾ ਲੈ ਲਿਆ ਤੇ ਕਹਿਣ ਲੱਗੇ ਵੀ ਤੁਸੀਂ ਕਹਿੰਦੇ ਵੰਡ ਕੇ ਛਕੋ ਵੰਡ ਕੇ ਛਕੋ ਵੰਡ ਕੇ ਛਕੋ। ਫਿਰ ਆ ਸਾਡੇ ਸਾਰੇ ਸਿੱਧ ਮੰਡਲੀ ਵਿੱਚ ਇੱਕ ਤਿਲ ਦਾ ਦਾਣਾ ਜਿਹੜਾ ਇਹ ਸਾਨੂੰ ਵੰਡ ਕੇ ਦਿਖਾਓ। ਜੇ ਤੁਸੀਂ ਇਹ ਸਾਰਿਆਂ ਨੂੰ ਵੰਡ ਦਿਓਗੇ ਇੱਕ ਤਿਲ ਦਾ ਦਾਣਾ, ਤੇ ਫਿਰ ਅਸੀਂ ਮੰਨਾਂਗੇ ਕਿ ਵਾਕਈ ਜਿਹਦੇ ਅੰਦਰ ਭਾਵਨਾ ਹੋਵੇ ਵੰਡ ਕੇ ਛਕਣ ਦੀ, ਉਹ ਵਾਕਈ ਭਾਵੇਂ ਥੋੜਾ ਵੀ ਹੋਵੇ, ਥੋੜਾ ਵੀ ਬਹੁਤਿਆਂ ਵਿੱਚ ਵੰਡ ਕੇ ਛਕਿਆ ਜਾ ਸਕਦਾ। ਪਰ ਜੇ ਭਾਵਨਾ ਨਾ ਹੋਵੇ, ਫਿਰ ਬਹੁਤਾ ਵੀ ਹੋਵੇ ਤਾਂ ਥੋੜਿਆਂ ਵਿੱਚ ਵੀ ਨਹੀਂ ਵੰਡਿਆ ਜਾ ਸਕਦਾ। ਜੇ ਬਹੁਤਾ ਹੋਵੇ ਤਾਂ ਵਿੱਚ ਵੰਡਣਾ ਔਖਾ ਹੈ ਕਿਉਂਕਿ ਦਿਲ ਨਹੀਂ ਹੈ ਨਾ। ਪਰ ਜੇ ਅੰਦਰ ਵੰਡਣ ਦੀ ਭਾਵਨਾ ਹੈ ਤਾਂ ਥੋੜੇ ਨੂੰ ਵੀ ਬਹੁਤਿਆਂ ਵਿੱਚ ਵੰਡਿਆ ਜਾ ਸਕਦਾ ਹੈ। ਇੱਥੇ ਇਹਨਾਂ ਨੇ ਕਹਿੰਦੇ ਸਭ ਸਿੱਧਾਂ ਨੇ ਮਿਲ ਇੱਕ ਤਿਲ ਲੀਨੋ, ਤਿਲ ਦਾ ਇੱਕ ਦਾਣਾ ਇਹਨਾਂ ਨੇ ਲਿਆ ਹੈ। ਗੁਰ ਆਗੇ ਭੇਟ ਸੋ ਧਰ ਦੀਨੋ। ਗੁਰ ਆਗਿਆ ਭੇਟ ਸੋ ਧਰ ਦੀਨੋ, ਉਹ ਇੱਕ ਤਿਲ ਦਾ ਦਾਣਾ ਇਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਰੱਖਿਆ ਹੈ। ਭਇਓਗੇ ਸਭ ਮੈਂ ਦਿਓ ਵਰਤਾਈ। ਹੱਥ ਜੋੜ ਕੇ ਕਹਿੰਦੇ ਨੇ ਵੀ ਧੰਨ ਗੁਰੂ ਨਾਨਕ ਸਾਹਿਬ, ਅਸੀਂ ਸੁਮੇਰ ਪਰਬਤ ਦੀ ਸਾਰੀ ਵਿਚਾਰ ਜਾਣਦੇ ਹਾਂ, ਸਿੱਧ ਮੰਡਲੀ ਨਾਲ ਜੋ ਮੁਲਾਕਾਤ ਹੋਈ ਅਸੀਂ ਸਾਰਾ ਕੁਝ ਜਾਣਦੇ ਹਾਂ। ਹੁਣ ਕਿਰਪਾ ਕਰੋ ਸਾਰਿਆਂ ਦੇ ਵਿੱਚ ਆ ਤਿਲ ਦਾ ਦਾਣਾ ਵੰਡ ਕੇ ਦਿਖਾਓ, ਵਰਤਾ ਕੇ ਦਿਖਾਉਣਾ ਕਰੋ। ਨੀਰ ਦੁਰਾਏ ਦੀਨ ਤੈ ਥਾਈ। ਹੁਣ ਇਹਨਾਂ ਨੇ ਚਲਾਕੀ ਕੀ ਕੀਤੀ? ਇਹਨਾਂ ਨੇ ਪਾਣੀ ਜਿਹੜਾ ਸੀ ਆਸ-ਪਾਸ ਉਹ ਉੱਥੋਂ ਦੀ ਹਟਾ ਕੇ ਦੂਰ ਕਰ ਦਿੱਤਾ ਤਾਂ ਕਿ ਨੇੜੇ ਕੋਈ ਪਾਣੀ ਹੋਵੇ ਨਾ। ਇਹ ਇਕੱਲਾ ਦਾਣਾ ਜਿਹੜਾ ਇਹ ਕਿਵੇਂ ਵੰਡ ਕੇ ਸਾਨੂੰ ਦਿਖਾਉਣਗੇ? ਪਾਣੀ ਵੀ ਇਹਨਾਂ ਨੇ ਕਹਿੰਦੇ ਨੇ ਉੱਥੋਂ ਦੀ ਹਟਾ। ਨੀਰ ਦੁਰਾਏ ਦੀਨ ਤੈ ਥਾਈ, ਤੈ ਥਾਈ ਮੈਨੇ ਉਸ ਥਾਂ ਤੇ ਜਿੱਥੇ ਪਾਣੀ ਮੌਜੂਦ ਹੋਏਗਾ ਇਹਨਾਂ ਨੇ ਉੱਥੋਂ ਦੀ ਹਟਾ ਦਿੱਤਾ। ਸਰਬ ਪ੍ਰਕਾਰ ਜਾਣ ਗੁਣਖਾਨੀ। ਗੁਣਾਂ ਦੇ ਖਜ਼ਾਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝ ਗਏ ਕਿ ਇਹ ਸਿੱਧ ਸਾਡੇ ਨਾਲ ਚਲਾਕੀ ਕਰਨਾ ਚਾਹੁੰਦੇ ਆ। ਇਹ ਦੇਖਣਾ ਚਾਹੁੰਦੇ ਆ ਵੀ ਤਿਲ ਦਾ ਦਾਣਾ ਵੰਡ ਸਕਦੇ ਆ ਕਿ ਨਹੀਂ। ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਦੀ ਭਾਵਨਾ ਨੂੰ ਸਮਝਣਾ ਕੀਤਾ। ਮੇਰੇ ਸੰਗ ਕਹੀ ਅਸਬਾਣੀ। ਮੇਰੇ ਸੰਗ, ਮੇਰੇ ਕੌਣ ਹੈ? ਭਾਈ ਬਾਲਾ ਜੀ। ਭਾਈ ਬਾਲਾ ਜੀ ਕਹਿੰਦੇ ਗੁਰੂ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਮੇਰੇ ਕੋਲ ਫਿਰ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਆਖੀ। ਇਹ ਬਾਲੇ ਤੁਮ ਕੁੱਟੋ ਨਿਕੇ। ਕਹਿੰਦੇ ਇਹ ਬਾਲੇ ਭਾਈ ਬਾਲਾ ਜੀ ਨੂੰ ਕਹਿੰਦੇ ਆ, ਕਹਿੰਦੇ ਵੀ ਇਦਾਂ ਕਰ ਪ੍ਰਬੰਧ ਕਰ, ਇਹਨੂੰ ਚੰਗੀ ਤਰ੍ਹਾਂ ਰਗੜਨਾ ਹੈ, ਜਿਹਨੂੰ ਘੋਟਣਾ ਕਹਿੰਦੇ ਆਪਾਂ।
ਵੀ ਆਹ ਦਾਣਾ ਲੈ, ਇਹਨੂੰ ਚੰਗੀ ਤਰ੍ਹਾਂ ਪੀਸ, ਇਹਨੂੰ ਚੰਗੀ ਤਰ੍ਹਾਂ ਘੋਟਣਾ ਕਰ। और बताओ मत सभी के ਔਰ ਬਹੁਰ ਦਾ ਅਰਥ ਹੈ ਫਿਰ ਇਹ ਸਾਰਿਆਂ ਵਿੱਚ ਇੱਕ ਤਿਲ ਦਾ ਦਾਣਾ, ਇਹ ਸਾਰਿਆਂ ਵਿੱਚ ਵਰਤਾਉਣਾ ਹੈ। भूति दूर सरिता व्यवहारी ਕਹਿੰਦੇ ਮਹਾਰਾਜ ਜੀ ਪਾਣੀ ਕਿੱਥੇ ਹੈ? ਜਦੋਂ ਇਹ ਚੰਗੀ ਤਰ੍ਹਾਂ ਘੋਟ ਪੀਸ ਲਿਆ, ਇਹ ਪਾਊਡਰ ਬਣ ਗਿਆ, ਤੇ ਫਿਰ ਇਹ ਵੰਡਣਾ ਕਿਵੇਂ ਹੈ? ਮਹਾਰਾਜ ਕਹਿੰਦੇ ਪਾਣੀ ਵਿੱਚ ਮਿਲਾ ਕੇ। ਪਾਣੀ ਕਿੱਥੇ ਹੈ? ਕਹਿੰਦੇ ਨੇ ਉਹ ਜਿਹੜੀ ਸਰਕਾ ਨਦੀ, ਕਹਿੰਦੇ ਇਥੋਂ ਥੋੜੀ ਜਿਹੀ ਦੂਰੀ ਉੱਪਰ ਹੈ। कहते जल परात्र भरलीनो ਮਹਾਰਾਜ ਨੇ ਆਖਿਆ ਵੀ ਆ ਲੈ ਭਾਂਡਾ, ਇਹ ਭਰ ਕੇ ਉਸ ਨਦੀ ਦੇ ਵਿੱਚੋਂ ਲੈ ਕੇ ਆ। ਕਈਆਂ ਨੇ ਜ਼ਿਕਰ ਕੀਤਾ ਕਿ ਗੁਰੂ ਸਾਹਿਬ ਨੇ ਉਸ ਨਦੀ ਨੂੰ ਆਵਾਜ਼ ਦਿੱਤੀ ਹੈ। ਜਦੋਂ ਉਸ ਨਦੀ ਨੂੰ ਆਵਾਜ਼ ਦਿੱਤੀ ਤੇ ਉਹ ਚੱਲ ਕੇ ਆਪ, ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਉਹ ਨਦੀ ਆਉਂਦੀ ਹੈ, ਜਿਹਦੇ ਕਰਕੇ ਸਿੱਧ ਹੈਰਾਨ ਹੋ ਜਾਂਦੇ ਨੇ। ਪਰ ਇਹ ਕਹਿੰਦੇ ਕਿ ਜਦੋਂ ਗੁਰੂ ਸਾਹਿਬ ਨੇ ਆਖਿਆ ਵੀ ਆ ਲੈ ਪਾਤਰ ਪਾਓ ਭਾਂਡਾ, ਉਹ ਨਦੀ ਹੈ, ਉਹਦੇ ਵਿੱਚੋਂ ਜਲ ਭਰ ਕੇ ਲਿਆਉਣਾ ਕਰੋ। तिनको कोट मिलावण कीनो ਔਰ ਜਿਹੜਾ ਤਿਲ ਚੰਗੀ ਤਰ੍ਹਾਂ ਘੋਟਣਾ ਹੈ, ਪੀਸਣਾ ਹੈ, ਇਹਨੂੰ ਫਿਰ ਇਸ ਪਾਣੀ ਦੇ ਵਿੱਚ ਮਿਲਾ ਦੇਵੋ। गुण सब सिदण में बरतावा ਕਹਿੰਦੇ ਫਿਰ ਮੈਂ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ। ਸਾਰਿਆਂ ਦੇ ਵਿੱਚ ਕਹਿੰਦੇ ਉਹ ਇੱਕ ਤਿਲ ਦਾ ਦਾਣਾ ਚੰਗੀ ਤਰ੍ਹਾਂ ਘੋਟ ਕੇ ਫਿਰ ਉਹਨੂੰ ਪਾਣੀ ਵਿੱਚ ਮਿਲਾ ਕੇ ਉਹ ਸਾਰੇ ਸਿੱਧਾਂ ਵਿੱਚ ਵਰਤਾ ਦਿੱਤਾ। तिन समाज अत पिकत लजावा ਉਹਨੇ ਜਿਹੜਾ ਸਿੱਧ ਮੰਡਲੀ ਸੀ ਲਜਾਵਾ, ਸ਼ਰਮਿੰਦੇ ਹੋ ਗਏ ਵੀ ਅਸੀਂ ਸੋਚਿਆ ਵੀ ਇੱਕ ਤਿਲ ਦਾ ਦਾਣਾ ਕਿਵੇਂ ਸਾਰਿਆਂ ਵਿੱਚ ਵੰਡਣਗੇ, ਪਾਣੀ ਵੀ ਕੋਲ ਕੋਈ ਨਹੀਂ ਹੈ, ਪਰ ਫਿਰ ਵੀ ਇਹਨਾਂ ਨੇ ਐਸੀ ਕਲਾ ਵਰਤਾ ਦਿੱਤੀ, ਪਾਣੀ ਵੀ ਆ ਗਿਆ ਔਰ ਉਹਦੇ ਵਿੱਚ ਤਿਲ ਦਾ ਦਾਣਾ ਘੋਲ ਕੇ ਚੰਗੀ ਤਰ੍ਹਾਂ ਸਾਰਿਆਂ 'ਚ ਵਰਤਾ ਵੀ ਦਿੱਤਾ। ਸਾਰੇ ਦੇ ਸਾਰੇ ਸਿੱਧ ਜਿਹੜੇ ਨੇ ਉਹ ਲੱਜਤ ਹੋ ਗਏ, ਸ਼ਰਮਸਾਰ ਹੋ ਗਏ, ਕਿਉਂਕਿ ਜਿਹੜੀ ਇਹਨਾਂ ਨੇ ਚਲਾਕੀ ਖੇਡੀ ਸੀ ਉਹਦੇ ਵਿੱਚ ਕਾਮਯਾਬ ਨਾ ਹੋਏ। ਦੇਖੋ ਇਹ ਸਾਨੂੰ ਇੱਕ ਜੁਗਤੀ ਦੱਸਦੇ ਆ ਮਹਾਰਾਜ ਕਿ ਤੁਹਾਡੇ ਅੰਦਰ ਵੰਡਣ ਦੀ ਭਾਵਨਾ ਹੋਣੀ ਚਾਹੀਦੀ ਆ। ਜੇ ਤੁਹਾਡੇ ਅੰਦਰ ਵੰਡਣ ਦੀ ਭਾਵਨਾ ਹੈ ਤਾਂ ਥੋੜਿਆਂ ਨੂੰ ਵੀ ਬਹੁਤਿਆਂ ਵਿੱਚ ਵਰਤਾਇਆ ਜਾ ਸਕਦਾ ਹੈ, ਤੇ ਜੇ ਨਾ ਹੋਵੇ ਫਿਰ ਬਹੁਤਾ ਵੀ ਤੁਹਾਡੇ ਕੋਲ ਹੋਵੇ ਤਾਂ ਉਹ ਥੋੜਿਆਂ ਦੇ ਵਿੱਚ ਵੀ ਨਹੀਂ। ਭਾਵ ਜੇ ਲੋਭ ਲਾਲਚ ਹੋਏਗਾ ਫਿਰ ਤੁਹਾਡਾ ਵਰਤਾਉਣਾ ਔਖਾ ਹੈ, ਵੰਡਣਾ ਔਖਾ ਹੈ। ਜੇ ਸਬਰ ਸੰਤੋਖ ਹੋਏਗਾ ਫਿਰ ਵਰਤਾਉਣਾ ਸੌਖਾ ਹੈ। ਸਬਰ ਦੇ ਸੰਤੋਖ ਵਿੱਚ ਵੰਡ ਕੇ ਛਕਿਆ ਜਾ ਸਕਦਾ ਹੈ, ਲੋਭ ਦੇ ਲਾਲਚ ਦੇ ਵਿੱਚ ਨਹੀਂ। ਇੱਥੇ ਮਹਾਰਾਜ ਨੇ ਜਦੋਂ ਸਾਰਿਆਂ ਵਿੱਚ ਤਿਲ ਵਰਤਾ ਦਿੱਤਾ, ਸਾਰੇ ਦੇ ਸਾਰੇ ਹੀ ਸਿੱਧ ਸ਼ਰਮਿੰਦੇ ਹੋਏ ਹਨ। बोलियो मंगलनाथ तो जाना ਕਹਿੰਦੇ ਨੇ ਇਹਨਾਂ ਵਿੱਚ ਇੱਕ ਨਾਥ ਹੈ ਮੰਗਲਨਾਥ, ਸੁਜਾਨਾ, ਆਪਣੇ ਆਪ ਨੂੰ ਸਿਆਣਾ ਸਮਝਦਾ ਹੈ। ਇਹ ਮੰਗਲਨਾਥ ਜਿਹੜਾ ਇਹਨਾਂ ਦੇ ਵਿੱਚ ਹੈ। तन में तुम अवतार महाना ਕਹਿੰਦੇ ਤੁਸੀਂ ਕਲਯੁਗ ਦੇ ਅਵਤਾਰ ਹੋ, ਤੁਸੀਂ ਕਲਯੁਗ ਦੇ ਵਿੱਚ ਪ੍ਰਗਟ ਹੋਏ ਹੋ, ਤੁਹਾਡਾ ਪ੍ਰਕਾਸ਼ ਇਸ ਕਲਯੁਗ ਵਿੱਚ ਹੋਇਆ ਹੈ। अलग निरंजन मूरत रूई ਸਾਨੂੰ ਜਿੱਥੋਂ ਤੱਕ ਸਮਝ ਆਈ ਹੈ ਤੁਹਾਡੀ ਜਿਹੜੀ ਮੂਰਤ ਹੈ ਅਲੱਖ ਲਖਿਆ ਨਹੀਂ ਜਾ ਸਕਦਾ। ਨਿਰੰਜਨ, ਤੁਸੀਂ ਅੰਜਨ ਤੋਂ ਰਹਿਤ ਹੋ, ਮੋਹ ਮਾਇਆ ਤੋਂ ਨਿਰਲੇਪ ਹੋ, ਤੁਹਾਡੀ ਮੂਰਤ ਅਤ ਸੁੰਦਰ ਹੈ। सब विद की अजमत सब तूरी ਔਰ ਸਰਬ ਕਲਾ ਤੁਸੀਂ ਸਮਰੱਥ ਹੋ, ਤੁਹਾਡੇ ਵਿੱਚ ਅਜ਼ਮਤ ਹੈ, ਭਾਵ ਸਰਬ ਕਲਾ ਸਮਰੱਥ ਦੇ ਤੁਸੀਂ ਮਾਲਕ ਹੋ। तुमरी सरबर मूरख करी ਜਿਹੜਾ ਤੁਹਾਡੀ, ਇਹ ਹੁਣ ਮੰਗਲਨਾਥ ਬੋਲਦਾ ਵੀ ਜਿਹੜਾ ਤੁਹਾਡੀ ਬਰਾਬਰੀ ਕਰੇਗਾ ਮਹਾਰਾਜ ਜੀ ਉਹ ਮੂਰਖ ਹੀ ਹੋਏਗਾ। ਮੰਗਲਨਾਥ ਕਹਿੰਦਾ ਜਿਹੜਾ ਵੀ ਤੁਹਾਡੀ ਬਰਾਬਰੀ ਕਰਨੀ ਸੋਚੇਗਾ ਉਹ ਸਿਆਣਾ ਨਹੀਂ ਹੋ ਸਕਦਾ, ਉਹ ਮੂਰਖਾਂ ਦਾ ਮੂਰਖ ਹੋਏਗਾ ਜਿਹੜਾ ਤੁਹਾਡੀ ਬਰਾਬਰੀ। ਤੇ ਜਦੋਂ ਗੱਲ ਬਰਾਬਰੀ ਦੀ ਆਉਂਦੀ ਹੈ ਨਾ, ਉਦੋਂ ਤੁਹਾਡੇ ਨਾਲ ਹੱਥ ਜੋੜ ਕੇ ਇਹ ਸਾਂਝ ਪਾਈ ਜਾਂਦੀ ਹੈ ਕਿ ਅਸੀਂ, ਫਿਰ ਇਹਦਾ ਮਤਲਬ ਉਹ ਲੋਕ ਮੂਰਖ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਨੂੰ ਥਾਂ ਦਿੰਦੇ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੱਦੀਆਂ ਲਵਾ ਕੇ ਉਹਨਾਂ ਨੂੰ ਬਰਾਬਰ ਦਰਜਾ ਦਿੰਦੇ ਆ। ਅਸਲ ਵਿੱਚ ਉਹ ਜਿਹੜੇ ਬੈਠੇ ਆ ਗੱਦੀ ਤੇ ਉਹ ਤਾਂ ਹੈ ਹੀ ਨਹੀਂ, ਪਰ ਜਿਹੜੇ ਉਹਨਾਂ ਅੱਗੇ ਮੱਥਾ ਟੇਕਦੇ ਆ ਉਹ ਮੂਰਖਾਂ ਦੇ ਵੀ ਮੂਰਖ ਨੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਨਾਨਕ ਸਾਹਿਬ ਦੇ ਘਰ ਨੂੰ ਸਮਝਿਆ ਹੀ ਨਹੀਂ ਕੁਝ। ਹੁਣ ਮੰਗਲਨਾਥ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਸਾਨੂੰ ਜਿੱਥੇ ਤੱਕ ਪਤਾ ਲੱਗਾ ਤੁਸੀਂ ਅਲੱਖ ਹੋ, ਨਿਰੰਜਨ ਹੋ, ਤੁਹਾਡੀ ਮੂਰਤ ਬਿਆਨ ਨਹੀਂ ਕੀਤੀ ਜਾ ਸਕਦੀ ਹੈ, ਤੇ ਜਿਹੜੇ ਤੁਹਾਡੀ ਬਰਾਬਰੀ ਕਰਨਗੇ ਉਹ ਮੂਰਖ ਹੋਣਗੇ। बहुर लजाए हृदय दुख भरी ਕਹਿੰਦੇ ਨੇ ਉਹ ਫਿਰ ਬਹੁਤ, ਜਦੋਂ ਕੋਈ ਮੂਰਖ ਐਸਾ ਕੰਮ ਕਰੇ ਉਹਨੂੰ ਪਤਾ ਲੱਗ ਜਾਏ ਫਿਰ ਉਹ ਸ਼ਰਮਿੰਦਾ ਵੀ ਹੋਏਗਾ ਔਰ ਦੁਖੀ ਵੀ ਹੋਵੇਗਾ। मनमुख महिमा जन है नाई ਮਨਮੁਖ ਤੁਹਾਡੀ ਮਹਿਮਾ ਨੂੰ ਨਹੀਂ ਜਾਣਦੇ, ਜਿਹੜੇ ਮਨ ਮਗਰ ਲੱਗਣ ਵਾਲੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਲੋਕ ਉਹ ਤੁਹਾਡੀ ਮਹਿਮਾ ਨੂੰ ਨਹੀਂ ਜਾਣਦੇ ਹਨ। निज अहंकार बिकै गर्भाही ਉਹ ਆਪਣੇ ਹੰਕਾਰ ਦੇ ਘਮੰਡ ਵਿੱਚ ਹੀ ਰਹਿੰਦੇ ਨੇ, ਤੇ ਜਿਹੜੇ ਹੰਕਾਰ ਦੇ ਘਮੰਡ ਵਿੱਚ ਰਹਿੰਦੇ ਆ ਉਹ ਤੁਹਾਡੇ ਅੱਗੇ ਕਿੱਥੇ ਝੁਕ ਸਕਦੇ ਨੇ? ਉਹ ਤੁਹਾਡੇ ਅੱਗੇ ਕਿੱਥੇ, ਹੰਕਾਰੀ ਬੰਦਾ ਝੁਕਦਾ ਨਹੀਂ, ਝੁਕਾਉਣਾ ਚਾਹੁੰਦਾ ਹੈ। ਹੰਕਾਰੀ ਬੰਦਾ ਮੰਨਦਾ ਨਹੀਂ, ਮਨਾਉਣਾ ਚਾਹੁੰਦਾ ਹੈ ਵੀ ਮੈਂ ਕਿਸੇ ਦੀ ਨਾ ਮੰਨਾਂ ਪਰ ਸਾਰੇ ਲੋਕ ਮੇਰੀ ਗੱਲ ਮੰਨਣ, ਮੈਂ ਕਿਸੇ ਅੱਗੇ ਨਾ ਝੁਕਾਂ ਪਰ ਸਾਰੇ ਲੋਕ ਮੇਰੇ ਅੱਗੇ ਝੁਕਣ। ਇਹ ਤਾਂ ਘਮੰਡ ਹੈ, ਇਹ ਹੰਕਾਰ ਹੈ। ਹੰਕਾਰ ਸੁਣਨਾ ਨਹੀਂ ਚਾਹੁੰਦਾ, ਬੋਲਣਾ ਚਾਹੁੰਦਾ ਹੈ, ਸੁਣਾਉਣਾ ਚਾਹੁੰਦਾ ਹੈ। ਕਿ ਲੱਗੇ ਕਈ ਐਸੇ ਲੋਕ ਨੇ ਜਿਹੜੇ ਆਪਣੇ ਹੰਕਾਰ ਦੇ ਘਮੰਡ ਵਿੱਚ ਹੀ ਰਹਿੰਦੇ ਹਨ। तुम है पछान है से गुण खानी ਮਹਾਰਾਜ ਜੀ ਜਿਹੜੇ ਮਨਮੁਖ ਨੇ ਉਹ ਤੁਹਾਨੂੰ ਪਛਾਣਦੇ ਨਹੀਂ, ਜਿਹੜੇ ਹੰਕਾਰ ਦੇ ਨਾਲ ਭਰੇ ਨੇ ਉਹ ਤੁਹਾਨੂੰ ਸਮਝਦੇ ਨਹੀਂ। ਹਾਂ, ਜਿਹੜੇ ਤੁਹਾਨੂੰ ਸਮਝਦੇ ਨੇ ਉਹ ਗੁਣ ਖਾਨੀ ਨੇ, ਉਹ ਸ਼ੁਭ ਗੁਣਾਂ ਦੇ ਮਾਲਕ ਨੇ, ਉਹ ਚੰਗੇ ਗੁਣਾਂ ਦੇ ਧਾਰਨੀ ਨੇ, ਜਿਹੜੇ ਤੁਹਾਨੂੰ ਸਮਝਦੇ ਹਨ। सुन श्री नानक उचरी बाणी ਜਦੋਂ ਇਹ ਬੋਲ ਗੁਰੂ ਸਾਹਿਬ ਮਹਾਰਾਜ ਜੀ ਨੇ ਸੁਣੇ, ਸੁਣ ਕੇ ਫਿਰ ਅੱਗੋਂ ਗੁਰੂ ਨਾਨਕ ਸਾਹਿਬ ਜੀ ਆਖਦੇ ਹਨ, मंगलनाथ सुनो तुम ऐसे ਮਹਾਰਾਜ ਜੀ ਕਹਿੰਦੇ ਉਹ ਮੰਗਲਨਾਥ ਹੁਣ ਤੂੰ ਵੀ ਧਿਆਨ ਲਾ ਕੇ ਸੁਣਨਾ ਕਰ। नाम बिना गत हो न कहते ਇੱਕ ਗੱਲ ਆਪਾਂ ਸਾਰੇ ਪੱਲੇ ਬੰਨ ਲਈਏ ਵੀ ਨਾਮ ਤੋਂ ਬਿਨਾਂ ਗਤੀ ਨਹੀਂ ਹੋਣੀ, ਨਾਮ ਤੋਂ ਬਿਨਾਂ ਸਾਡਾ ਭਲਾ ਨਹੀਂ ਹੋਣਾ, ਸਾਡਾ ਕਲਿਆਣ ਨਹੀਂ ਹੋਣਾ, ਸਾਡੀ ਮੁਕਤੀ ਨਹੀਂ ਹੋਣੀ ਪਰਮਾਤਮਾ ਦੇ ਨਾਮ ਤੋਂ ਬਿਨਾਂ। ਅਸੀਂ ਜਿੰਨੇ ਮਰਜ਼ੀ ਉਪਾਅ ਕਰ ਲਈਏ, ਜਿੰਨੇ ਮਰਜ਼ੀ ਯਤਨ ਕਰ ਲਈਏ, ਪਰ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਗਤੀ ਕੋਈ ਨਹੀਂ ਹੋਣੀ। ਦੁਨੀਆ ਵਿੱਚ ਬੜੇ ਐਸੇ ਭਰਮ ਜਿਹੜੇ ਨੇ ਪਾਲ ਕੇ ਸਾਨੂੰ ਦੇ ਦਿੱਤੇ, ਜੇ ਤੁਸੀਂ ਆਹ ਦਿਨ ਆਹ ਕੰਮ ਕਰੋਗੇ ਤੁਹਾਡੀ ਗਤੀ ਹੋ ਜਾਏਗੀ, ਆਹ ਦਿਨ ਆਹ ਕੰਮ ਕਰੋਗੇ ਤੁਹਾਡਾ ਕਲਿਆਣ ਹੋ ਜਾਏਗਾ, ਲੋਕ ਤੁਰੇ ਵੀ ਜਾਂਦੇ ਆ। ਪਰ ਗੁਰੂ ਸਾਹਿਬ ਨੇ ਮੁਕਤੀ ਗੱਲ ਕਹਿ ਦਿੱਤੀ ਵੀ ਇੱਕ ਗੱਲ ਧਿਆਨ ਰੱਖਿਓ, ਪਰਮਾਤਮਾ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੈ। ਸਾਹਿਬ ਕਹਿੰਦੇ ਜੇ ਹੈ ਤਾਂ ਦੱਸੋ ਕੋਈ, ਨਾਮ ਬਿਨਾਂ ਕਹੋ ਕੋ ਤਰਿਆ। ਜੇ ਕੋਈ ਪੂਰੀ ਦੁਨੀਆ ਵਿੱਚ ਇੱਕ ਵੀ ਬੰਦਾ ਬਾਂਹ ਉੱਚੀ ਕਰਕੇ ਕਹਿ ਦੇਵੇ ਕਿ ਹਾਂ ਨਾਮ ਤੋਂ ਬਿਨਾਂ ਤਰਿਆ ਜਾ ਸਕਦਾ ਹੈ, ਤੇ ਮਹਾਰਾਜ ਕਹਿੰਦੇ ਨੇ ਮੈਂ ਉਹਨੂੰ ਮੰਨ ਲਵਾਂ। ਪਰ ਕੋਈ ਪੂਰੀ ਦੁਨੀਆ ਆਲ ਵਰਲਡ ਦੇ ਵਿੱਚ ਇੱਕ ਵੀ ਬੰਦਾ ਐਸਾ ਨਹੀਂ ਹੋਏਗਾ ਜਿਹੜਾ ਇਹ ਕਹਦੇ ਵੀ ਨਾਮ ਤੋਂ ਬਿਨਾਂ ਮੁਕਤ ਹੋਇਆ ਜਾ ਸਕਦਾ ਹੈ, ਹੋਇਆ ਹੀ ਨਹੀਂ ਜਾ ਸਕਦਾ। ਇਸ ਲਈ ਨਾਮ ਤੋਂ ਬਿਨਾਂ ਗਤੀ ਨਹੀਂ ਹੁੰਦੀ ਹੈ। नामहीन नरक विधावे ਜਿਹੜੇ ਨਾਮ ਤੋਂ ਹਿਣੇ ਦੇ ਉਹ ਨਰਕਾਂ ਦੇ ਭਾਗੀ ਬਣਦੇ ਨੇ, ਜਿਹੜੇ ਨਾਮ ਦਾ ਅਭਿਆਸ, ਨਾਮ ਦੀ ਕਮਾਈ ਨਹੀਂ ਕਰਦੇ ਉਹ ਨਰਕਾਂ ਦੇ ਭਾਗੀ। ਨਰਕ ਦਾ ਮਤਲਬ ਉਹ ਦੁੱਖਾਂ ਦੇ ਭਾਗੀ ਬਣਦੇ ਆ। ਇਹ ਨਹੀਂ ਵੀ ਨਰਕ ਕੋਈ ਹੋਰ ਥਾਂ ਤੇ ਬਣਿਆ ਤੇ ਜਿਹੜੇ ਨਹੀਂ ਜਪਦੇ ਉਹ ਸਾਰੇ ਉੱਥੇ ਹੀ ਜਾਣਗੇ। ਨਰਕ ਕੋਈ ਵੱਖਰਾ ਨਹੀਂ ਬਣਿਆ, ਭਗਤਾਂ ਨੇ ਤੇ ਨਰਕ ਸੁਰਗ ਦੋਨੋਂ ਹੀ ਰੱਦ ਕਰ ਦਿੱਤੇ। ਉਹਨਾਂ ਆਖਿਆ ਸੁਰਗ ਦਾ ਮਤਲਬ ਹੈ ਸੁੱਖ ਦੀ ਜ਼ਿੰਦਗੀ, ਨਰਕ ਦਾ ਮਤਲਬ ਹੈ ਦੁੱਖ ਦੀ ਜ਼ਿੰਦਗੀ। ਦੁੱਖਾਂ ਭਰੀ ਜ਼ਿੰਦਗੀ ਨੂੰ ਜਿਉਣਾ ਹੀ ਨਰਕ ਹੈ। ਜਿਹਦੀ ਜ਼ਿੰਦਗੀ ਵਿੱਚ 24 ਘੰਟੇ ਕਲੇਸ਼ ਹੈ,
ਜਿਹੜਾ 24 ਘੰਟੇ ਚਿੰਤਾ ਵਿੱਚ ਹੈ, ਫਿਕਰ ਵਿੱਚ ਹੈ, ਡਿਪਰੈਸ਼ਨ ਵਿੱਚ ਹੈ, ਉਹਨੂੰ ਹਾਲ ਪੁੱਛੋ, ਉਹ ਕਹਿੰਦਾ ਵੀ ਇਹ ਨਰਕ ਵਿੱਚੋਂ ਤੇ ਰੱਬ ਮੈਨੂੰ ਕੱਢ ਲਵੇ। ਇਹਦਾ ਮਤਲਬ ਇਹ ਜ਼ਿੰਦਗੀ ਜਿਹੜੀ ਜੀ ਰਹੇ ਆ ਇਹ ਨਰਕਾਂ ਵਾਲੀ ਹੈ, ਜਿਹਦੇ ਵਿੱਚ ਦੁੱਖ ਨੇ। ਇੱਥੇ ਮਹਾਰਾਜ ਜੀ ਕਹਿੰਦੇ ਜਿਹੜਾ ਨਾਮ ਤੋਂ ਹੀਣਾ ਹੁੰਦਾ ਹੈ ਉਹ ਨਰਕਾਂ ਦਾ ਭਾਗੀ ਬਣਦਾ ਹੈ। ਬੇਮੁਖ ਨਾਮ ਅਧਿਕ ਦੁਖ ਪਾਵੈ। ਜਿਹੜੇ ਨਾਮ ਤੋਂ ਬੇਮੁਖ ਮੁਖ ਫੇਰ ਲੈਂਦੇ ਆ ਵੀ ਅਸੀਂ ਪਰਮਾਤਮਾ ਦਾ ਨਾਮ ਨਹੀਂ ਸਿਮਰਨਾ, ਸਾਨੂੰ ਤੇ ਜਿਹੜੇ ਦੁਨਿਆਵੀ ਨਾਮ ਦਿੱਤੇ ਅਸੀਂ ਉਹੀ ਸਿਮਰਨੇ ਆ, ਅਸੀਂ ਦੁਨੀਆ ਦੇ ਜੰਤਰ ਮੰਤਰ ਹੀ ਜਿਹੜੇ ਆ ਇਹਨਾਂ ਨਾਲ ਜੁੜਨਾ। ਫਿਰ ਮਹਾਰਾਜ ਕਹਿੰਦੇ ਜਿਹੜੇ ਸੱਚੇ ਨਾਮ ਤੋਂ ਬੇਮੁਖ ਹੋਣਗੇ ਅਧਿਕ ਦੁੱਖ ਪਾਵੇਂ। ਕਿੰਨਾ ਦੁੱਖ ਪਾਉਣਗੇ ਉਹਨਾਂ ਦੀ ਗਿਣਤੀ ਨਹੀਂ ਹੈ। ਕਿਤੜਾ ਦੁੱਖ ਗਣਾ, ਕਿੰਨਾ ਦੁੱਖ ਉਹਨਾਂ ਦੇ ਜੀਵਨ ਵਿੱਚ ਗਿਣਿਆ ਨਹੀਂ ਜਾ ਸਕਦਾ। ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਵਿਸਾਰਿਆ ਹੈ, ਜਿਨ੍ਹਾਂ ਵਿਸਾਰਿਆ ਨੂੰ ਨਾਓ, ਇੱਥੇ ਦੁੱਖ ਘਨੇਰਿਆਂ ਅੱਗੇ ਠਾਉਰ ਨਾ ਠਾਓ, ਉਹਨਾਂ ਦੇ ਦੁੱਖਾਂ ਦੀ ਗਿਣਤੀ ਨਹੀਂ ਹੋ ਸਕਦੀ। ਜਿਹੜੇ ਨਾਮ ਤੋਂ ਆਪਣਾ ਮੁਖ ਫੇਰ ਲੈਂਦੇ ਹਨ। ਸੁਣ ਕੇ ਬੋਲਿਓ ਪੰਗਰ ਬੈਨਾ। ਹੁਣ ਮਹਾਰਾਜ ਨੇ ਸੁਣਾਇਆ ਤੇ ਮੰਗਲਨਾਥ ਨੂੰ ਹੈ, ਪਰ ਇਹ ਸੁਣ ਕੇ ਭੰਗਰਨਾਥ ਜਿਹੜਾ ਸੀ ਉਹ ਬੋਲਿਆ ਹੈ। ਜੋਗ ਗਿਆਨ ਬਿਨ ਕੇਵਲ ਹੈ ਨਾ। ਉਹ ਕਹਿਣ ਲੱਗਾ ਤੁਸੀਂ ਨਾਮ ਦੀ ਗੱਲ ਕਰਦੇ ਹੋ, ਪਰ ਮੈਨੂੰ ਜਿੱਥੇ ਤੱਕ ਪਤਾ ਹੈ ਭੰਗਰਨਾਥ ਕਹਿੰਦਾ ਜੋਗ ਗਿਆਨ ਬਿਨ ਕੇਵਲ ਹੈ ਨਾ, ਜੋਗ ਤੇ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ ਹੈ। ਤੁਮ ਕਹਤੇ ਕੇ ਨਾਮ ਬਖਾਨੋ। ਭੰਗਰਨਾਥ ਕਹਿੰਦਾ ਵੀ ਤੁਸੀਂ ਕਿਦਾਂ ਕਹਿ ਦਿੱਤਾ ਕਿ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ, ਜਿਹੜਾ ਨਾਮ ਤੋਂ ਬੇਮੁਖ ਹੋਏਗਾ ਦੁੱਖਾਂ ਦਾ ਭਾਗੀ ਬਣੇਗਾ। ਪਰ ਉਹ ਕਹਿੰਦਾ ਮੈਂ ਕਹਿੰਦਾ ਜੋਗ ਤੇ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੋਣੀ। ਤੁਸੀਂ ਨਾਮ ਦੀ ਗੱਲ ਕਿਵੇਂ ਕੀਤੀ ਹੈ ਮਨ ਮੈਂ ਮਤ ਨਾ ਹਮਰੋ ਜਾਨੋ। ਕਿ ਤੁਸੀਂ ਆਪਣੇ ਮਨ ਵਿੱਚ ਸਾਡੇ ਮਤ ਨੂੰ ਜਾਣਿਆ ਨਹੀਂ। ਯੋਗ ਮਤ ਜਿਹੜਾ ਸਾਡੇ ਕੋਲ ਹੈ, ਜੋ ਅਸੀਂ ਯੋਗ ਸਾਧਨਾਵਾਂ ਕਰਦੇ ਹਾਂ, ਕਿ ਤੁਹਾਨੂੰ ਹਜੇ ਤੱਕ ਸਾਡੇ ਯੋਗ ਮਤ ਦਾ ਪਤਾ ਨਹੀਂ ਲੱਗਾ। ਗੁਰੂ ਕਹੇ ਜੀ ਨਾਮ ਮੈਂ ਜਬ ਹੀ ਮਨ ਚਿਤ ਪਾਏ। ਮਹਾਰਾਜ ਕਹਿੰਦੇ ਅਸੀਂ ਕਦੋਂ ਕਹਿੰਦੇ ਆ ਵੀ ਯੋਗ ਗਿਆਨ ਤੋਂ ਬਿਨਾਂ ਗੱਲ ਨਹੀਂ ਬਣਦੀ। ਯੋਗ ਗਿਆਨ ਨਾਲ ਹੀ ਗੱਲ ਬਣਨੀ ਹੈ, ਕਿਉਂਕਿ ਨਾਮ ਨਾਲ ਜੁੜਨਾ ਹੀ ਯੋਗ ਹੈ, ਨਾਮ ਨਾਲ ਜੁੜਨਾ ਹੀ ਗਿਆਨ ਹੈ। ਪਰ ਤੁਹਾਡੇ ਵਾਲਾ ਯੋਗ ਨਹੀਂ ਜਿਹੜਾ ਸਰੀਰ ਤੱਕ ਸੀਮਤ ਹੈ। ਤੁਸੀਂ ਸਰੀਰ ਕਰਕੇ ਸਾਧਨਾ ਕਰਦੇ ਹੋ, ਪਰ ਸਰੀਰ ਨੂੰ ਲਾਭ ਹੋਏਗਾ, ਤੁਹਾਡੀ ਆਤਮਾ ਨੂੰ ਲਾਭ ਨਹੀਂ ਹੋ ਸਕਦਾ। ਬਾਹਰੀ ਜੀਵਨ ਤੁਹਾਡਾ ਸਰੀਰ ਕਰਕੇ ਸੁਖੀ ਹੋ ਸਕਦਾ ਹੈ, ਪਰ ਮਨ ਆਤਮਾ ਕਰਕੇ ਨਹੀਂ ਹੋ ਸਕਦਾ। ਸਤਿਗੁਰੂ ਮਹਾਰਾਜ ਜੀ ਨੇ ਫਿਰ ਉੱਥੇ ਸਮਝਾਇਆ, ਗੁਰੂ ਕਹੇ ਸ਼੍ਰੀ ਨਾਮ ਮੈਂ ਜਦ ਹੀ ਮਨ ਥਿਤ। ਧਿਆਨ ਲਾ ਕੇ ਸੁਣਿਓ, ਜਦੋਂ ਸੱਚੇ ਨਾਮ ਵਿੱਚ ਮਨ ਥਿਤ ਹੋ ਜਾਏ, ਜਦੋਂ ਸੱਚੇ ਨਾਮ ਵਿੱਚ ਮਨ ਟਿਕ ਜਾਵੇ, ਈਸ਼ਰ ਕਰੁਣਾ ਤੇ ਕਬੈ ਗਿਆਨ ਹਿਰਦੈ ਹੋਵੇ ਜਾਏ। ਮਨ ਦਾ ਸ਼ਬਦ ਨਾਲ ਜੁੜਨਾ, ਮਨ ਦਾ ਨਾਮ ਨਾਲ ਜੁੜਨਾ ਯੋਗ ਹੈ। ਹੁਣ ਮਨ ਜੁੜਿਆ ਕੋਈ ਨਹੀਂ, ਤਨ ਕਰਕੇ ਅਸੀਂ ਯੋਗ ਸਾਧਨਾ ਕਰਕੇ ਬੈਠੇ ਹਾਂ। ਹਮਾਰੇ ਕਹਿੰਦੇ ਇਹ ਯੋਗੀ ਥੋੜੀ ਹੈ, ਇਹ ਅੰਦਰ ਕੁਝ ਹੋ ਰਿਹਾ ਬਾਹਰ ਕੁਝ ਹੋ ਰਿਹਾ। ਯੋਗੀ ਕਿਹਨੂੰ ਕਹਿੰਦੇ ਆ? ਜਿਹਦਾ ਮਨ ਨਾਮ ਵਿੱਚ ਜੁੜ ਜਾਏ, ਜਿਹਦਾ ਸ਼ਬਦ ਤੇ ਮਨ ਦਾ ਸੁਮੇਲ ਹੋ ਜਾਏ। ਜਦੋਂ ਮਨ ਤੇ ਸ਼ਬਦ ਇੱਕ ਹੋ ਜਾਣੇ, ਈਸ਼ਰ ਕਰਨਾ ਤੇ ਤਬੈ, ਉਦੋਂ ਈਸ਼ਵਰ ਪਰਮੇਸ਼ਵਰ ਦੀ ਕਿਰਪਾ ਵਰਤਦੀ ਹੈ। ਜਦੋਂ ਸ਼ਬਦ ਨਾਲ ਮਨ ਜੁੜ ਜਾਏ, ਮਨ ਨਾਲ ਸ਼ਬਦ ਜੁੜ ਜਾਏ, ਉਦੋਂ ਫਿਰ ਈਸ਼ਵਰ ਮਾਲਕ ਦੀ ਕਿਰਪਾ ਹੁੰਦੀ ਹੈ। ਤੇ ਜਦੋਂ ਉਸ ਮਾਲਕ ਦੀ ਕਿਰਪਾ ਹੁੰਦੀ ਹੈ, ਗਿਆਨ ਹਿਰਦੈ ਹੋਵੇ ਜਾਏ, ਫਿਰ ਅੰਦਰ ਗਿਆਨ ਆਉਂਦਾ ਹੈ, ਸੋਝੀ ਆਉਂਦੀ ਹੈ, ਫਿਰ ਸਮਝ ਆਉਂਦੀ ਹੈ। ਮਹਾਰਾਜ ਕਹਿੰਦੇ ਤੂੰ ਜਿਹੜੀ ਗੱਲ ਕਰਦਾ ਨਾ ਘਮੰਡ ਵਿੱਚ ਕਰ ਰਿਹਾ ਹੈ। ਜਿਹੜਾ ਨਾਮ ਹੈ ਉਹੀ ਗਿਆਨ ਹੈ, ਨਾਮ ਹੀ ਯੋਗ ਹੈ। ਤੇ ਯੋਗ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੈ, ਪਰ ਤੂੰ ਹਜੇ ਗੱਲ ਸਮਝਿਆ ਹੀ ਨਹੀਂ। ਪਰਮੇਸ਼ਵਰ ਦੇ ਨਾਮ ਨਾਲ ਜੁੜਨਾ ਯੋਗ ਹੈ, ਤੇ ਉਸ ਮਾਲਕ ਦੀ ਕਿਰਪਾ ਵਿੱਚ ਮਿਲਿਆ ਹੋਇਆ ਗਿਆਨ ਸੋਝੀ ਜਿਹੜੀ ਹੈ ਉਹ ਸਾਡੇ ਵਾਸਤੇ ਗਿਆਨ ਹੈ। ਨਾਮ ਬਿਨਾ ਨਹਿ ਜੋਗ ਹੈ। ਨਾਮ ਤੋਂ ਬਿਨਾਂ ਯੋਗ ਨਹੀਂ। ਜੇ ਅਸੀਂ ਕਹੀਏ ਨਾਮ ਨਹੀਂ ਜਪਣਾ, ਨਿਤਨੇਮ ਨਹੀਂ ਕਰਨਾ, ਸਿਮਰਨ ਨਹੀਂ ਕਰਨਾ, ਉਹਦੇ ਤੋਂ ਬਿਨਾਂ ਜੋਗੀ ਨਹੀਂ ਬਣ ਸਕਦੇ। ਦੇਖੋ ਇਹਦਾ ਵਿਚਾਰ। ਇਹ ਭੰਗਰਨਾਥ ਤੂੰ ਆਪਣੇ ਹਿਰਦੇ ਵਿੱਚ ਵਿਚਾਰ ਕੇ ਵੇਖ, ਜਿਹੜੇ ਤੂੰ ਗਿਆਨ ਤੇ ਯੋਗ ਦੀ ਗੱਲ ਕਰਦਾ ਹੈ ਉਹ ਸਰੀਰਕ ਗੱਲ ਤੇ ਕਰਦਾ ਹੈ, ਪਰ ਜਿਹੜੀ ਗੱਲ ਅਸੀਂ ਕੀਤੀ ਹੈ ਉਹ ਮਨ ਆਤਮਾ ਕਰਕੇ ਕੀਤੀ ਹੈ। ਅੰਦਰੋਂ ਗਿਆਨ ਹੋਣਾ ਚਾਹੀਦਾ, ਅੰਦਰੋਂ ਸੋਝੀ ਹੋਣੀ ਚਾਹੀਦੀ ਹੈ। ਇਸ ਲਈ ਇਹਨੂੰ ਆਪਣੇ ਹਿਰਦੇ ਵਿੱਚ ਵਿਚਾਰ ਕੇ ਵੇਖ। ਨਾਮ ਬਿਨਾਂ ਨਾ ਯੋਗ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾਂ ਯੋਗ ਵੀ ਸਫਲ ਨਹੀਂ ਹੈ। ਤਾਂ ਤੇ ਸਭ ਹੀ ਸਿਧ ਮੈਂ ਨਾਮ ਲਖਿਓ ਸਰਕਾਰ। ਇਸ ਲਈ ਸਾਰੇ ਸਿੱਧ ਮੰਡਲੀ ਜਿੰਨੇ ਵੀ ਤੁਸੀਂ ਇੱਥੇ ਬੈਠੇ ਹੋ, ਪਹਿਲਾਂ ਵੀ ਤੁਹਾਨੂੰ ਸਮੇਰ ਪਰਬਤ ਤੇ ਸਮਝਾਇਆ ਸੀ, ਇੱਥੇ ਵੀ ਸਮਝਾਉਂਦੇ ਆ। ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਓ, ਨਾਮ ਹੀ ਸੁਖਦਾਈ ਹੈ। ਨਾਮ ਤੋਂ ਬਿਨਾਂ ਸੁੱਖ ਕਿਤੇ ਵੀ ਨਹੀਂ ਮਿਲਣਾ। ਧਨ ਪਦਾਰਥਾਂ ਵਿੱਚੋਂ ਅਸੀਂ ਸੁੱਖ ਲੱਭਦੇ ਜ਼ਰੂਰ ਹਾਂ, ਪਰ ਇਹਦੇ ਵਿੱਚੋਂ ਸੁੱਖ ਮਿਲਦਾ ਨਹੀਂ ਹੈ। ਇਸ ਲਈ ਆਖਿਆ ਸੀ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਜੇ ਤੂੰ ਸੁੱਖ ਚਾਹੁੰਦਾ ਤੇ ਵਾਹਿਗੁਰੂ ਦੀ ਸ਼ਰਨ ਵਿੱਚ ਆ, ਕਿਉਂਕਿ ਸੁਖਦਾਈ ਪਰਮਾਤਮਾ ਦਾ ਨਾਮ ਹੈ। ਇਹ ਮਾਇਆਵੀ ਪਦਾਰਥ ਸੁਖਦਾਈ ਨਹੀਂ, ਇਹ ਤਾਂ ਦੋ ਪਲਾਂ ਦਾ ਸੁੱਖ ਦੇਣ ਵਾਲੇ ਨੇ। ਹਰ ਕੋ ਨਾਮ ਸਦਾ ਸੁਖਦਾਈ। ਪਰਮਾਤਮਾ ਦਾ ਨਾਮ ਸੁਖਦਾਈ, ਸੁੱਖ ਦੇਣ ਵਾਲਾ ਨਾਮ ਹੈ। ਨਿਤਨੇਮ ਕਰਕੇ ਸਾਨੂੰ ਦੁੱਖ ਨਹੀਂ ਮਿਲਦਾ, ਨਿਤਨੇਮ ਕਰਕੇ ਸੁੱਖ ਮਿਲਦਾ ਹੈ। ਗੁਰੂ ਸਾਹਿਬ ਦੀ ਸੰਗਤ ਵਿੱਚ ਬੈਠ ਕੇ ਦੁੱਖ ਨਹੀਂ ਮਿਲਦਾ, ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਕਰਕੇ ਸੁੱਖ ਮਿਲਦਾ ਹੈ, ਮਨ ਨੂੰ ਸਕੂਨ ਮਿਲਦਾ ਹੈ। ਇਸ ਲਈ ਮਹਾਰਾਜ ਕਹਿੰਦੇ ਪਰਮਾਤਮਾ ਦਾ ਨਾਮ ਸੁਖਦਾਈ ਹੈ, ਇਹ ਸੁੱਖ ਦੇਣ ਵਾਲਾ ਹੈ। ਅਤਿਸ਼ੈ ਸ੍ਰੇਸ਼ਟ ਨਾਮ ਹੈ। ਸਾਹਿਬ ਜੀ ਕਹਿੰਦੇ ਆ ਜਿਹੜਾ ਪਰਮੇਸ਼ਵਰ ਦਾ ਸੱਚਾ ਨਾਮ ਹੈ, ਮੌਕਾ ਕਰ ਕਾਲ ਮੈਂ। ਇਹ ਕਲਯੁਗ ਦੇ ਵਿੱਚ ਪਤਾ ਕੀ ਹੈ? ਕਲਯੁਗ ਦੇ ਵਿੱਚ ਨੌਕਾ ਬੇੜੀ ਹੈ। ਪਰਮਾਤਮਾ ਦਾ ਸੱਚਾ ਨਾਮ, ਇਹ ਸੱਚੀ ਬਾਣੀ ਇੱਕ ਬੇੜੀ ਹੈ ਜਿਹਨੇ ਤੁਹਾਨੂੰ ਕਲਯੁਗ ਵਿੱਚੋਂ ਦੀ ਪਾਰ ਲੰਘਾਉਣਾ ਹੈ। ਕੋਈ ਐਸੀ ਬੇੜੀ ਹਜੇ ਤੱਕ ਬੰਦਿਆਂ ਨੇ ਤਿਆਰ ਨਹੀਂ ਕੀਤੀ, ਜਹਾਜ਼ ਤਿਆਰ ਨਹੀਂ ਕੀਤਾ ਜਿਹੜਾ ਸਾਨੂੰ ਲੋਕ ਤੋਂ ਪਰਲੋਕ ਤੱਕ ਲੈ ਜਾਣਾ ਹੋਵੇ। ਬੜੇ ਹਵਾਈ ਜਹਾਜ਼, ਐਰੋਪਲੇਨ ਬਹੁਤ ਨੇ, ਰਾਕਟ ਵੀ ਬਹੁਤ ਨੇ ਜਿਹੜੇ ਧਰਤੀ ਤੋਂ ਆਸਮਾਨ ਤੱਕ ਜਾਣ ਵਾਲੇ ਨੇ। ਬੜੇ ਸਮੁੰਦਰੀ ਜਹਾਜ਼ ਵੀ ਬਹੁਤ ਵਧੀਆ ਜਿਹੜੇ ਨੇ ਕਮਾਲ ਦੇ ਬਣਾਏ ਗਏ ਨੇ, ਪਰ ਕੋਈ ਐਸਾ ਜਹਾਜ਼ ਨਹੀਂ ਬਣਿਆ ਜਿਹੜਾ ਲੋਕ ਤੋਂ ਪਰਲੋਕ ਤੱਕ ਜਾਂਦਾ ਹੋਵੇ। ਕੋਈ ਐਸੀ ਟਿਕਟ ਨਹੀਂ ਹਜੇ ਤੱਕ ਬਣੀ, ਕੋਈ ਐਸੀ ਸਟੈਂਪ ਨਹੀਂ ਐਸੇ ਬਣੀ ਕਿ ਜਿਹਦੀ ਮੋਹਰ ਲਾਓ ਤੇ ਤੁਸੀਂ ਲੋਕ ਤੋਂ ਪਰਲੋਕ ਦਾ ਵੀਜ਼ਾ ਲਵਾ ਲਓ। ਉਹ ਇੱਕੋ ਹੀ ਜਾਂ ਫਿਰ ਇੱਕ ਨਾਮ ਹੁੰਦਾ ਬੇਗਮਪੁਰਾ, ਸ਼ਹਿਰ ਕੋ ਨਾਓ। ਦੁਨੀਆ ਦੇ ਹਰ ਸ਼ਹਿਰ ਕੋਨੇ ਦਾ ਤੇ ਅਸੀਂ ਜਾ ਸਕਦੇ ਹਾਂ। ਕਿਤੇ ਅਸੀਂ ਐਰੋਪਲੇਨ ਤੇ ਜਾ ਸਕਦੇ ਹਾਂ, ਕਿਤੇ ਅਸੀਂ ਸਮੁੰਦਰੀ ਜਹਾਜ਼ ਤੇ ਜਾ ਸਕਦੇ ਹਾਂ, ਪਰ ਕੋਈ ਐਸੀ ਹਜੇ ਬੇੜੀ ਜਹਾਜ਼ ਨਹੀਂ ਬਣਿਆ ਜਿਹੜਾ ਸਾਨੂੰ ਬੇਗਮਪੁਰਾ ਸ਼ਹਿਰ ਤੱਕ ਲੈ ਜਾਏ। ਉਹ ਬੇਗਮਪੁਰਾ ਸ਼ਹਿਰ ਤੱਕ ਇੱਕੋ ਹੀ ਬੇੜੀ ਹੈ ਜਾਣ ਵਾਲੀ ਸ਼ਬਦ ਦੀ, ਇੱਕੋ ਹੀ ਜਹਾਜ਼ ਹੈ ਸ਼ਬਦ ਦਾ ਜਿਹਨੇ ਸਾਨੂੰ ਉੱਥੇ ਤੱਕ ਲੈ ਜਾਣਾ ਹੈ। ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਨਾਮ ਨੌਕਾ ਕਾਲ ਮੈਂ। ਇਸ ਕਲਯੁਗ ਦੇ ਵਿੱਚ ਸੱਚਾ ਨਾਮ ਇੱਕ ਉਹ ਨੌਕਾ, ਉਹ ਬੇੜੀ ਹੈ ਜਿਹਦੇ ਵਿੱਚ ਸਵਾਰ ਹੋ ਕੇ ਅਸੀਂ ਆਤਮਿਕ ਤਲ ਤੇ ਪਾਰ ਲੰਘਣਾ ਹੈ। ਸ਼ਬਦ ਭਣਿਓ ਅਭਿਰਾਮ ਕਿਦਣ ਕੋ ਲਜਿਤ ਕਰਨ। ਮਹਾਰਾਜ ਨੇ ਫਿਰ ਇੱਥੇ ਇੱਕ ਸ਼ਬਦ ਜਿਹੜਾ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ। ਇਹ ਪਾਵਨ ਸ਼ਬਦ ਸੁਭਾਈਮਾਨ ਹੈ। ਰਾਮਕਲੀ ਮਹਲਾ ਪਹਿਲਾ। ਰਾਮਕਲੀ ਰਾਗ ਹੈ। ਗੁਰੂ ਨਾਨਕ ਸਾਹਿਬ ਜੀ ਇੱਥੇ ਇਸ ਇਲਾਕੇ ਵਿੱਚ ਇਹ ਸਿੰਧ ਮੰਡਲੀ ਵਿੱਚ ਬੈਠ ਕੇ ਇਹ ਸ਼ਬਦ ਦਾ ਉਚਾਰਨ ਕਰਦੇ ਨੇ, ਜੋ ਤਕਰੀਬਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 903 ਦੇ ਸੁਭਾਈਮਾਨ ਹੈ। ਇਹ ਪਾਵਨ ਸ਼ਬਦ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਜਗ ਪ੍ਰਬੁੱਧ ਹੈ ਮੜੀ ਬੰਧਾਵੇ। ਕਹਿਣ ਲੱਗੇ ਇਹ ਜਿਹੜਾ ਜਗਤ ਹੈ ਨਾ, ਇਹ ਸਾਨੂੰ ਨਿਰੰਕਾਰ ਦੇ ਨਾਲ ਨਹੀਂ,
ਇਹ ਜਗਤ ਸਾਨੂੰ ਮੜੀਆਂ ਤੇ ਮਸਾਣਾਂ ਦੇ ਨਾਲ ਜੋੜਨ ਵਾਲਾ ਹੈ। ਆਸਣ ਤਿਆਗ ਕਾਹੇ ਸਚ ਪਾਵੈ। ਮਹਾਰਾਜ ਜੀ ਕਹਿੰਦੇ ਅੰਦਰ ਦਾ ਆਸਨ ਤਿਆਗ ਕੇ ਇਹ ਮਨ ਜਿਹੜਾ ਹੈ ਇਹ ਸੱਚ ਕਿੱਥੋਂ ਪਾਲੇਗਾ? ਆਪਾਂ ਸਾਰੇ ਸੱਚ ਪਾਉਣ ਵਾਸਤੇ ਹੀ ਆਏ ਆ ਨਾ, ਸੱਚ ਮੰਨੇ ਪਰਮਾਤਮਾ। ਧਿਆਨ ਦੇ ਕੇ ਸਮਝਿਓ, ਅਸੀਂ ਆਏ ਆ ਸੱਚ ਨੂੰ ਮਿਲਣ। ਸੱਚ ਕੀ ਹੈ? ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਸੱਚ ਨੂੰ ਮਿਲਣ ਆਏ ਆ, ਪਰ ਸੱਚ ਨੂੰ ਮਿਲਣ ਲਈ ਕੁੜਿਆਰ ਬਣ ਕੇ ਨਹੀਂ ਮਿਲਿਆ ਜਾਣਾ। ਸੱਚ ਨੂੰ ਮਿਲਣ ਵਾਸਤੇ ਕੁੜਿਆਰ ਬਣ ਕੇ ਨਹੀਂ ਮਿਲਿਆ ਜਾਣਾ, ਸੱਚ ਨੂੰ ਮਿਲਣ ਵਾਸਤੇ ਸਚਿਆਰ ਬਣਨਾ ਪੈਣਾ। ਤੇ ਗੁਰਬਾਣੀ ਸਾਨੂੰ ਕੀ ਕਰਦੀ ਹੈ? ਸਚਿਆਰ ਹੀ ਬਣਾਉਂਦੀ ਹੈ ਕਿ ਤੁਸੀਂ ਸਚਿਆਰ ਆਪਣਾ ਆਚਰਣ ਸੱਚ ਦੇ ਨਾਲ ਜੋੜੋ, ਤਾਂ ਕਿ ਤੁਸੀਂ ਸਚਿਆਰ ਹੋ ਕੇ ਸੱਚ ਦੇ ਕੋਲ ਜਾਓ, ਸੱਚ ਵਿੱਚ ਸਮਾ ਜਾਓ। ਸਾਡੀ ਰੋਜ਼ ਬੇਨਤੀ ਹੁੰਦੀ ਹੈ, ਮਹਾਰਾਜ ਸਾਡੇ ਤੇ ਕਿਰਪਾ ਕਰ ਦਿਓ। ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟੇ ਪਾਲ, ਕਿਉਂਕਿ ਕੂੜ ਦੀ ਪਾਲ ਕੁੜਿਆਰ ਬਣ ਕੇ ਨਹੀਂ ਸੱਚ ਵਿੱਚ ਸਮਾਇਆ ਜਾਣਾ, ਸਚਿਆਰ ਬਣ ਕੇ ਸਮਾਇਆ ਜਾਣਾ। ਤੇ ਮਹਾਰਾਜ ਜੀ ਕਹਿੰਦੇ ਤੁਸੀਂ ਆਸਣ ਦਾ ਅੰਦਰ ਦਾ ਤਿਆਗ ਦਿੱਤਾ। ਹੁਣ ਜੋਗੀ ਬਾਹਰ ਦਾ ਆਸਣ ਲਾਉਂਦੇ ਆ ਸਰੀਰ ਦਾ, ਪਰ ਮਹਾਰਾਜ ਕਹਿੰਦੇ ਅੰਦਰ ਦਾ ਆਸਣ ਮਨ ਦਾ, ਮਨ ਅੰਦਰ ਟਿਕਣਾ ਚਾਹੀਦਾ ਹੈ। ਮਨ ਅੰਦਰ ਟਿਕਿਆ ਨਹੀਂ, ਮਨ ਆਪਣਾ ਆਸਣ ਤਿਆਗ ਕੇ ਚੰਚਲ ਬਣ ਕੇ ਬਾਹਰ ਭਟਕਦਾ ਪਿਆ ਤੇ ਫਿਰ ਇਹ ਸੱਚ ਪਰਮੇਸ਼ਵਰ ਕਿਵੇਂ ਪਾਲ ਦੋਗੇ? ਮਮਤਾ ਮੋਹ ਕਾਮਣ ਹਿਤਕਾਰੀ। ਆਹ ਜਿਹੜੀ ਮਾਇਆ ਦੀ ਮਮਤਾ ਦਾ ਮੋਹ ਹੈ, ਔਰ ਕਾਮਣ ਇਸਤਰੀ ਹੈ, ਹਿਤਕਾਰੀ ਜਿਹੜਾ ਇਸਤਰੀ ਦਾ ਮੋਹ ਪਿਆਰ ਹੈ, ਜਿਹੜਾ ਕਿ ਜਿਵੇਂ ਗੁਰੂ ਸਾਹਿਬ ਨੇ ਕਿਰਪਾ ਕੀਤੀ। ਮਹਾਰਾਜ ਜੀ ਕਹਿੰਦੇ ਆ ਤੂੰ ਪਰਮੇਸ਼ਵਰ ਨੂੰ ਭੁਲਾ ਕੇ ਕਿਹੜੇ ਰਸਤੇ ਪੈ ਗਿਆ? ਮਨ ਰੇ ਕੌਣ ਕੁਮਤ ਤੈ ਲੀਨੀ ਪਰ ਦਾਰਾ। ਉਹ ਦਾਰਾ ਇਸਤਰੀ ਜਿਹਨੂੰ ਕਹਿੰਦੇ ਕਾਮਣ ਹਿਤਕਾਰੀ। ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਤੀ। ਅਸੀਂ ਭਗਤੀ ਕੀਤੀ ਨਹੀਂ, ਨਿਤਨੇਮ ਕੀਤਾ ਨਹੀਂ, ਸਿਮਰਨ ਕੀਤਾ ਨਹੀਂ, ਸਚਿਆਰ ਬਣੇ ਨਹੀਂ, ਗੁਰਮੁਖ ਬਣੇ ਨਹੀਂ, ਪਰ ਗੱਲ ਕਰਦੇ ਆ ਰੱਬ ਨੂੰ ਮਿਲਣ ਦੀ। 2 ਕਦਮ ਚੱਲ ਕੇ ਸਾਡੇ ਕੋਲੋਂ ਗੁਰੂ ਦੇ ਦਰ ਤੇ ਆ ਕੇ ਸਚਿਆਰਾਂ ਵਿੱਚ ਬੈਠਣਾ ਔਖਾ ਹੈ, ਤੇ ਗੱਲ ਅਸੀਂ ਕਰਦੇ ਆ ਰੱਬ ਜੀ ਨੂੰ ਮਿਲਣ ਦੀ ਕਿਵੇਂ ਹੋਏਗਾ? ਇਸ ਲਈ ਮਹਾਰਾਜ ਕਹਿੰਦੇ ਆ ਸੱਚ ਦਾ ਆਸਣ ਤਿਆਗ ਕੇ ਇਹ ਮਨ ਜਿਹੜਾ ਸੀ ਮਾਇਆ ਦੇ ਮੋਹ ਵਿੱਚ ਫਸ ਗਿਆ, ਔਰ ਇਸਤਰੀ ਦੇ ਹਿੱਤ ਵਿੱਚ ਇਹ ਮਨ ਜਿਹੜਾ ਸੀ ਲੱਗ ਗਿਆ। ਨਾ ਉਹ ਧੂਤੀ ਨਾਮ ਸੰਸਾਰੀ। ਸਾਹਿਬ ਕਹਿੰਦੇ ਜਿਹੜਾ ਮਨ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ, ਔਰ ਜਿਹੜਾ ਮਨ ਪਰਾਏ ਰੂਪ ਨੂੰ ਤੱਕ ਕੇ ਮਨ ਵਿੱਚ ਵਾਸ਼ਨਾਵਾਂ ਪੈਦਾ ਕਰੀ ਬੈਠਾ ਹੈ, ਸਾਹਿਬ ਕਹਿੰਦੇ ਨਾ ਅਵਧੂਤੀ ਨਾ ਸੰਸਾਰੀ, ਨਾ ਉਹ ਸੰਸਾਰੀ ਹੈ ਨਾ ਉਹ ਤਿਆਗੀ ਹੈ। ਹੁਣ ਕਈ ਐਸੇ ਸੰਸਾਰ ਵਿੱਚ ਜਿਹੜੇ ਕਹਿੰਦੇ ਅਸੀਂ ਬਹੁਤ ਵੱਡੇ ਮਹਾਤਮਾ ਹਾਂ, ਬੜੇ ਵੱਡੇ ਅਸੀਂ ਜੋਗੀ ਹਾਂ, ਬਹੁਤ ਅਸੀਂ ਵੱਡੇ ਮਹਾਤਮਾ ਹਾਂ, ਪਰ ਉਹ ਦੇਖਣ ਵਿੱਚ ਹੀ ਨੇ, ਅੰਦਰ ਉਹਨਾਂ ਦੇ ਕਾਮਣ ਹਿਤਕਾਰੀ ਵਾਲੀ ਖੇਡ ਬਣੀ ਪਈ ਹੈ। ਉਹ ਦੇਖਣ ਵਿੱਚ ਹੀ ਬਾਹਰੋਂ ਲੱਗ ਰਿਹਾ ਵੀ ਇਹ ਮਹਾਤਮਾ ਇਹ ਸਾਧੂ ਨੇ, ਪਰ ਅੰਦਰ ਉਹਨਾਂ ਦੇ ਪਰਤਰਿਆ ਰੂਪ ਵਾਲੀ ਖੇਡ ਬਣੀ ਪਈ ਹੈ। ਅੰਦਰ ਉਹਨਾਂ ਦੇ ਜਿਹੜੇ ਵਾਸ਼ਨਾਵਾਂ ਭਰੀਆਂ ਪਈਆਂ, ਅੰਦਰੋਂ ਵਾਸ਼ਨਾਵਾਂ ਦੇ ਭਰੇ ਪਏ ਆ। ਸਾਹਿਬ ਕਹਿੰਦੇ ਇਹੋ ਜਿਹੇ ਲੋਕ ਨਾ ਤਿਆਗੀ ਹੁੰਦੇ ਆ ਨਾ ਸੰਸਾਰੀ ਹੁੰਦੇ ਆ, ਇਹੋ ਜਿਹੇ ਲੋਕ ਨਾ ਜੋਗੀ ਹੁੰਦੇ ਆ ਨਾ ਸੰਸਾਰੀ ਹੁੰਦੇ ਆ, ਇਹੋ ਜਿਹੇ ਲੋਕ ਨਾ ਭਗਤ ਹੁੰਦੇ ਆ ਨਾ ਸੰਸਾਰੀ ਹੁੰਦੇ ਆ, ਇਹੋ ਜਿਹੇ ਲੋਕ ਨਾ ਲੋਕਾਂ ਵਿੱਚ ਨਾ ਇਨਸਾਨੀਅਤ ਵਿੱਚ ਆਉਂਦੇ ਆ ਨਾ ਤਿਆਗੀਆਂ ਵਿੱਚ ਆਉਂਦੇ ਆ, ਜਿਹੜੇ ਮਮਤਾ ਮੋਹ ਕਾਮਣ ਹਿਤਕਾਰੀ ਵਾਲੀ ਖੇਡ ਬਣਾਉਂਦੇ ਹਨ। ਜੋਗੀ ਬਹਿਸ ਰਹੋ ਦੁਬਿਧਾ ਦੁਖ ਭਾਗੈ। ਮਹਾਰਾਜ ਕਹਿੰਦੇ ਮਨ ਨੂੰ ਜੋਗੀ ਬਣਾ ਕੇ ਅੰਦਰ ਸ਼ਬਦ ਉਹਦੇ ਨਾਮ ਨਾਲ ਜੋੜ ਕੇ ਬੈਸ ਰਹੋ, ਅੰਦਰ ਟਿਕੇ ਰਹੋ। ਜਿਹੜਾ ਮਨ ਨੂੰ ਸ਼ਬਦ ਨਾਲ ਜੋੜ ਕੇ ਜੋਗੀ ਬਣ ਕੇ ਅੰਦਰ ਟਿਕ ਜਾਂਦਾ ਹੈ, ਦੁਬਿਧਾ ਦੁਖ ਭਾਗੈ, ਉਹਦੇ ਵਿੱਚੋਂ ਦੁਬਿਧਾ ਨਿਕਲ ਜਾਂਦੀ ਹੈ, ਦੁਚਿੱਤਾਪਨ ਉਹਦੇ ਅੰਦਰੋਂ ਖਤਮ ਹੋ ਜਾਂਦਾ ਹੈ, ਉਹਦੇ 2 ਰਾਹ ਜਿਹੜੇ ਹੁੰਦੇ ਨੇ ਉਹ ਖਤਮ ਹੋ ਜਾਂਦੇ ਆ। ਤੇ ਦੁਬਿਧਾ ਹੀ ਤੇ ਸਾਡਾ ਦੁੱਖ ਹੈ, ਦੁਬਿਧਾ ਹੀ ਤੇ ਸਾਨੂੰ ਦੁਖੀ ਕਰਦਾ ਹੈ। ਅਸੀਂ ਕੋਈ ਥਾਂ ਛੱਡ, ਦੁਬਿਧਾ ਵਿੱਚ ਪਿਆ ਹੋਇਆ ਬੰਦਾ, ਭਰਮ ਵਿੱਚ ਪਿਆ ਬੰਦਾ ਕੋਈ ਥਾਂ ਨਹੀਂ ਛੱਡਦਾ। ਜਿਸ ਰਾਹ ਤੁਰਿਆ ਨਾ ਉਸ ਦਾ ਰਾਹ ਮੜੀ ਆ ਗਈ ਤਾਂ ਵੀ ਮੱਥਾ ਟੇਕ ਦੇਗਾ, ਮਸਾਣਾ ਆ ਗਈਆਂ ਤਾਂ ਵੀ ਮੱਥਾ, ਜੇ ਕਿਸੇ ਨੇ ਵੈਸੇ ਹੀ 4 ਇੱਟਾਂ ਲਾ ਕੇ ਰੱਖਦੀਆਂ ਤਾਂ ਵੀ ਮੱਥਾ ਟੇਕ ਦੇਗਾ। ਜਿਹੜੀ ਵੀ ਕੋਈ ਥਾਂ ਕਬਰ ਮੜੀ ਮਸਾਣ ਜੋ ਵੀ ਆਇਆ ਇਹਨੇ ਸਿਰ ਝੁਕਾ ਹੀ ਦੇਣਾ ਹੈ, ਕਿਉਂਕਿ ਇਹ ਬੜਾ ਦੁਬਿਧਾ ਵਿੱਚ ਫਸਿਆ ਹੋਇਆ ਹੈ। ਇਹ ਕੋਈ ਵੀ ਨਹੀਂ ਪੁੱਛਿਆ ਵੀ ਤੂੰ ਸਾਰਿਆਂ ਅੱਗੇ ਮੱਥਾ ਟੇਕ ਦਿੰਦਾ ਕਿਉਂ? ਕਹਿੰਦੇ ਕੋਈ ਤਾਂ ਕੰਮ ਆਏਗਾ ਸਾਰਿਆਂ ਤੋਂ। ਇਹਦਾ ਮਤਲਬ ਭਰੋਸਾ ਇੱਕ ਤੇ ਵੀ ਨਹੀਂ ਹੈ। ਤੇ ਸਾਨੂੰ ਮਹਾਰਾਜ ਬਾਰ-ਬਾਰ ਰਿਪੀਟ ਕਰਕੇ ਕਹਿੰਦੇ ਗੁਰੂ ਕੇ ਸਿੱਖੋ ਤੁਸੀਂ ਦੁਬਿਧਾ ਵਿੱਚ ਨਹੀਂ ਪੈਣਾ। ਜੇ ਤੁਸੀਂ ਆਪਣੇ ਦੁੱਖ ਨੂੰ ਮਿਟਾਉਣਾ ਤੇ ਦੁਬਿਧਾ ਨੂੰ ਖਤਮ ਕਰਕੇ ਤੁਰਿਓ, ਦੁਬਿਧਾ ਨਾ ਪੜੋ, ਹਰ ਦਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਤੁਸੀਂ ਮੜੇ ਮਸਾਣਾ ਵਾਲੇ ਪਾਸੇ ਭੁੱਲ ਕੇ ਨਾ ਜਾਇਓ। ਔਰ ਗੁਰੂ ਕਾ ਸਿੱਖ ਤਾਂ ਚੰਗਾ ਬੜਾ ਹੋਸ਼ ਵਿੱਚ ਜਾਂਦਾ ਹੈ, ਤੇ ਜਿੰਨਾ ਅਸੀਂ ਉਸ ਪਾਸੇ ਜਾਂਦੇ ਹਾਂ ਉਹਨਾਂ ਦੁੱਖ ਵੀ ਤੇ ਆਪਣੇ ਪੱਲੇ ਪਾਉਂਦੇ ਹਾਂ। ਗੁਰੂ ਸਾਹਿਬ ਮਹਾਰਾਜ ਜੀ ਨੇ ਆਖਿਆ ਜੋਗੀ ਬੈਸ ਰਹੋ ਦੁਬਿਧਾ ਦੁਖ ਭਾਗੈ। ਮਨ ਨੂੰ ਜੋਗੀ ਬਣਾਓ, ਮਨ ਨੂੰ ਸ਼ਬਦ ਨਾਲ ਜੋੜ ਕੇ ਅੰਦਰ ਟਿਕ ਕੇ ਬੈਠੋ, ਤੁਹਾਡੇ ਅੰਦਰੋਂ ਦੁਬਿਧਾ ਖਤਮ ਹੋ ਜਾਏਗੀ, ਤੁਹਾਡੇ ਅੰਦਰ ਦਾ ਦੁੱਖ ਭੱਜ ਜਾਵੇਗਾ। ਘਰ ਘਰ ਮੰਗਤ ਲਾਜ ਨਾ ਲਾਗੈ। ਕਦੇ ਇੱਕ ਪਾਸੇ ਤੁਸੀਂ ਤਿਆਗੀ ਹੋ, ਤੁਸੀਂ ਕਹਿੰਦੇ ਅਸੀਂ ਗ੍ਰਸਤ ਤਿਆਗ ਦਿੱਤਾ, ਅਸੀਂ ਇਸਤਰੀ ਦੇ ਮੂੰਹ ਨਹੀਂ ਲੱਗਦੇ, ਅਸੀਂ ਪਰਿਵਾਰ ਤਿਆਗ ਦਿੱਤਾ, ਅਸੀਂ ਸੰਸਾਰ ਤਿਆਗ ਦਿੱਤਾ, ਫਿਰ ਘਰ ਘਰ ਮੰਗਤ ਲਾਜ ਨਾ ਆਵੇ। ਤੇ ਜਦੋਂ ਕਿਸੇ ਦੇ ਦਰਵਾਜ਼ੇ ਤੇ ਮੰਗਣ ਜਾਂਦੇ ਹੋ, ਅੱਗੋਂ ਫਿਰ ਜਿਹੜੀ ਇਸਤਰੀ ਤੁਹਾਡੀ ਝੋਲੀ ਵਿੱਚ ਆਟਾ ਦਾਲ ਜੋ ਵੀ ਪਾਉਂਦੀ ਆ, ਫਿਰ ਉਹਨਾਂ ਕੋਲੋਂ ਮੰਗਦੇ ਹੋ, ਸ਼ਰਮ ਨਹੀਂ ਆਉਂਦੀ? ਲਾਜ ਨਾ ਆਵੇ, ਸ਼ਰਮ ਨਹੀਂ ਆਈ? ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਸੰਸਾਰ ਵਿੱਚ ਪਰਿਵਾਰ ਵਿੱਚ ਨਹੀਂ ਰਹਿਣਾ, ਅਸੀਂ ਜੋਗੀਆਂ, ਅਸੀਂ ਤੇ ਵੱਖਰੇ ਪਰਬਤ ਵਿੱਚ ਰਹਿਣਾ, ਤੇ ਦੂਜੇ ਪਾਸੇ ਦੂਜਿਆਂ ਦੇ ਘਰਾਂ 'ਚ ਮੰਗਦੇ ਹੋ। ਮਾਰੇ ਕਹਿੰਦੇ ਲਾਜ ਨਾ ਲੱਗੇ, ਤੁਹਾਨੂੰ ਸ਼ਰਮ ਜਿਹੜੀ ਹੈ ਮਹਿਸੂਸ ਨਹੀਂ ਹੁੰਦੀ ਹੈ। ਇੱਥੇ ਵਿਸ਼ਰਾਮ ਹੈ, ਸ਼ਬਦ ਦਾ ਕੇਂਦਰੀ ਭਾਵ ਹੈ ਕਿ ਮਹਾਰਾਜ ਜੋਗੀਆਂ ਨੂੰ ਸਮਝਾ ਰਹੇ ਨੇ ਕਿ ਤੁਹਾਡਾ ਜੋਗੀ ਦੀ ਅਵਸਥਾ ਦੁਬਿਧਾ ਵਿੱਚੋਂ ਤੁਸੀਂ ਇੱਕ ਪਾਸੇ ਸੰਸਾਰ ਤਿਆਗਦੇ ਹੋ, ਦੂਜੇ ਪਾਸੇ ਸੰਸਾਰੀਆਂ ਕੋਲੀ ਮੰਗਣ ਵਾਸਤੇ ਜਾਂਦੇ ਹੋ। ਇਸ ਲਈ ਮਹਾਰਾਜ ਨੇ ਇਹ ਸਮਝਾਉਣਾ ਕੀਤਾ ਗਾਵੈ ਗੀਤ ਨਚਨੈ ਆਪ। ਤੁਸੀਂ ਗਾ ਰਹੇ ਹੋ, ਬਾਹਰ ਦੀ ਯੋਗ ਸਾਧਨਾ ਕਰਕੇ ਗਾ ਤਾਂ ਰਹੇ ਹੋ, ਪਰ ਅੰਦਰ ਤੁਹਾਡਾ ਆਪਣਾ ਆਪਾ ਜਿਹੜਾ ਉਹ ਤੁਹਾਨੂੰ ਸਮਝ ਨਹੀਂ ਆ ਰਿਹਾ। ਭਾਵ ਜੋ ਅਸੀਂ ਗਾ ਰਹੇ ਹਾਂ ਉਹ ਅੰਦਰ ਭਿੱਜ ਨਹੀਂ ਰਿਹਾ, ਮਨ ਤੇ ਅਸਰ ਨਹੀਂ ਹੋ ਰਿਹਾ। ਕੋਈ ਕਹਿੰਦਾ ਜੀ ਮੈਂ ਇੰਨੇ ਪਾਠ ਕਰ ਲਏ, ਚਲੋ ਜਪਜੀ ਸਾਹਿਬ ਦੇ ਮੈਂ ਇੰਨੇ ਪਾਠ ਕਰ ਲਏ, ਪਰ ਮਨ ਤੇ ਇੱਕ ਪੰਕਤੀ ਨਾਲ ਨਹੀਂ ਭਿੱਜਿਆ, ਇੱਕ ਪੌੜੀ ਵੀ ਹਜੇ ਅੰਦਰ ਮਨ ਵਿੱਚ ਟਿਕੀ ਕੋਈ ਨਹੀਂ, ਮਨ ਤਾਂ ਭਿੱਜਿਆ ਹੀ ਨਹੀਂ, ਮਨ ਤੇ ਉਵੇਂ ਦਾ ਉਵੇਂ ਹੀ ਹੈ। ਫਿਰ ਇੰਨੇ ਪਾਠ ਕਰਨ ਦਾ ਕੀ ਲਾਭ ਹੋਇਆ? ਜਿਵੇਂ ਅਸੀਂ ਬਚਨ ਪੜ੍ਹਦੇ ਹਾਂ, ਕੋਈ ਗਾਵੈ ਰਾਗੀ ਨਾਤੀ ਬੇਤੀ ਬਹੁ ਭਾਂਤਕਾਰ ਨਹੀਂ ਹਰ ਹਰ ਭਿੱਜੈ ਰਾਮ। ਅੰਦਰ ਤਾਂ ਭਿੱਜਿਆ ਹੀ ਕੋਈ ਨਹੀਂ, ਬਾਹਰੋਂ ਜਿੰਨਾ ਮਰਜ਼ੀ ਸੋਹਣਾ ਗਾਈ ਜਾਈਏ, ਪਰ ਬਾਹਰੋਂ ਗਾਉਣ ਦਾ ਮਤਲਬ ਇਹ ਕਿ ਅੰਦਰ ਵੀ ਭਿੱਜਣਾ ਚਾਹੀਦਾ ਹੈ। ਅੰਦਰ ਭਿੱਜੇਗਾ ਤਾਂ ਦੂਜਿਆਂ ਤੇ ਅਸਰ ਹੋਏਗਾ, ਜੇ ਅੰਦਰ ਨਾ ਆਪਣਾ ਆਪਾ ਨਾ ਭਿੱਜਿਆ ਤੇ ਦੂਜਿਆਂ ਤੇ ਅਸਰ ਵੀ ਨਹੀਂ ਹੋਣਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਤੁਸੀਂ ਗਾਉਂਦੇ ਹੋ ਗਾਵੈ ਗੀਤ ਨਾ ਚੀਨੈ ਆਪ, ਤੁਸੀਂ ਗਾਉਂਦੇ ਹੋ ਗੀਤ ਪਰ ਆਪਣੇ ਆਪ ਨੂੰ ਤਾਂ ਤੁਸੀਂ ਜਾਣਿਆ ਨਹੀਂ ਹੈ। ਕਿਉਂ ਲਾਗੀ ਨਿਵਰੈ ਪ੍ਰਤਾਪ। ਫਿਰ ਕਿਵੇਂ ਕਹਿਣ ਲੱਗੇ ਤੁਹਾਡੇ ਅੰਦਰ ਨਾਮ ਦਾ ਪ੍ਰਤਾਪ ਵਰਤੇਗਾ, ਜਾਂ ਤੁਹਾਡੇ ਅੰਦਰ ਮਾਇਆ ਦੇ ਮੋਹ ਦਾ ਜਿਹੜਾ ਪ੍ਰਤਾਪ ਹੈ ਉਹ ਕਿਵੇਂ ਦੂਰ ਹੋਏਗਾ?
ਮਾਇਆ ਦਾ ਮੋਹ ਕਿਵੇਂ ਅੰਦਰੋਂ ਖਤਮ ਹੋਏਗਾ, ਤ੍ਰਿਸ਼ਨਾ ਕਿਵੇਂ ਅੰਦਰੋਂ ਦੂਰ ਹੋਏਗੀ, ਕੂੜ ਅੰਦਰੋਂ ਕਿਵੇਂ ਦੂਰ ਹੋਏਗਾ। ਤੁਹਾਡੇ ਅੰਦਰ ਜੇ ਨਾਮ ਮਨ ਭਿੱਜਿਆ ਹੀ ਨਹੀਂ ਪਰਮਾਤਮਾ ਦੇ ਨਾਮ ਵਿੱਚ, ਤੇ ਫਿਰ ਮਾਇਆ ਦੇ ਮੋਹ ਦੀ ਤ੍ਰਿਸ਼ਨਾ ਇਹ ਕਿਵੇਂ ਅੰਦਰੋਂ ਦੂਰ ਹੋਵੇਗੀ। ਗੁਰ ਕੈ ਸ਼ਬਦ ਰਜੈ ਮਨ ਭਾਏ। ਇਸ ਲਈ ਗੁਰੂ ਦੇ ਸ਼ਬਦ ਵਿੱਚ ਆਪਣੇ ਮਨ ਨੂੰ ਰਚ ਦਿਓ। ਤੁਹਾਡਾ ਮਨ ਭਿੱਜ ਜਾਣਾ ਚਾਹੀਦਾ ਗੁਰੂ ਦੇ ਸ਼ਬਦ ਵਿੱਚ। ਜਿਹਦਾ ਮਨ ਅੰਦਰ ਸ਼ਬਦ ਵਿੱਚ ਭਿੱਜਿਆ ਹੈ ਨਾ, ਉਹਦੇ ਬੋਲਾਂ ਵਿੱਚ ਵੀ ਬੜਾ ਅਸਰ ਹੋਏਗਾ। ਉਹਦੇ ਬੋਲ ਜਿਹੜੇ ਆ ਬੜੀ ਤਾਕਤ ਰੱਖਦੇ ਆ, ਜਿਹਦਾ ਮਨ ਅੰਦਰ ਸ਼ਬਦ ਨਾਲ ਭਿੱਜਿਆ ਹੁੰਦਾ ਹੈ। ਜਿਹਦਾ ਮਨ ਅੰਦਰ ਮਾਇਆ ਦੇ ਰੰਗ ਨਾਲ ਭਿੱਜਿਆ ਹੋਇਆ, ਉਹ ਮੁਖ ਤੋਂ ਜਿੰਨੀ ਮਰਜ਼ੀ ਗੱਲਾਂ ਕਰੀ ਜਾਏ, ਪਰ ਉਹਦਾ ਅਸਰ ਕਿਸੇ ਤੇ ਨਹੀਂ ਹੁੰਦਾ, ਕਿਸੇ ਤੇ ਉਹਦਾ ਪ੍ਰਭਾਵ ਨਹੀਂ ਪੈਂਦਾ, ਕਿਉਂਕਿ ਉਹਦਾ ਆਪਣਾ ਅੰਦਰ ਨਹੀਂ ਭਿੱਜਾ। ਤਾਂ ਹੀ ਤੇ ਮਹਾਰਾਜ ਜੀ ਕਹਿੰਦੇ ਆ, ਮਹਾਰਾਜ ਕਹਿੰਦੇ ਪਹਿਲਾਂ ਆਪ ਜਪ, ਫਿਰ ਦੂਜਿਆਂ ਨੂੰ ਜਪਣ ਦਾ ਉਪਦੇਸ਼ ਦੇ। ਜੇ ਤੂੰ ਆਪ ਨਹੀਂ ਜਪਿਆ, ਤੂੰ ਦੂਜਿਆਂ ਨੂੰ ਉਪਦੇਸ਼ ਦੇਣਾ ਹੈ, ਤੇ ਫਿਰ ਲੋਕ ਕਹਿਣਗੇ ਪਹਿਲਾਂ ਆਪਣੀ ਪੀੜੀ ਥੱਲੇ ਤੇ ਸੋਟਾ ਫੇਰ ਲੈ। ਪਹਿਲਾਂ ਆਪਣੇ ਤਾਂ ਜਿਹੜੀ ਆ ਉਹ ਝਾੜੂ ਫੇਰ ਕੇ ਆਪਣੀ ਗੰਦਗੀ ਤਾਂ ਇਕੱਠੀ ਕਰ, ਤੂੰ ਦੂਜਿਆਂ ਦੀ ਇਕੱਠੀ ਕਰਨ ਤੁਰ ਪਿਆ ਗੰਦਗੀ, ਪਹਿਲਾਂ ਆਪਣੀ ਤਾਂ ਝਾੜੂ ਫੇਰ ਲੈ। ਇਸ ਲਈ ਮਹਾਰਾਜ ਨੇ ਸਾਨੂੰ ਬਾਣੀ 'ਚ ਇਹ ਗੱਲ ਸਮਝਾਈ ਹੈ, ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੈ। ਇਸ ਲਈ ਆਪ ਜਪੋ, ਅਗਰ ਇਹ ਨਾਮ ਜਪਾਵੋ, ਆਪ ਵੀ ਜਪੋ, ਦੂਜਿਆਂ ਨੂੰ ਵੀ ਨਾਮ ਜਿਹੜਾ ਉਹ ਜਪਾਉਣ ਦਾ ਉਪਦੇਸ਼ ਦਿਓ, ਵੀ ਨਾਮ ਜਪਿਆ ਕਰੋ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰੋ। ਸਾਹਿਬ ਜੀ ਕਹਿੰਦੇ ਗੁਰ ਕੈ ਸ਼ਬਦ, ਗੁਰੂ ਦੇ ਸ਼ਬਦ ਵਿੱਚ ਕਹਿ ਦੇ ਬਣ ਗਿਆ। ਸ਼ਬਦ ਵਿੱਚ, ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ। ਸ਼ਬਦ ਵਿੱਚ ਰਚੈ ਮਨ ਭਾਏ, ਭਾਏ ਦਾ ਅਰਥ ਭਾਵਨਾ ਨਾਲ। ਜੇ ਤੁਹਾਡਾ ਗੁਰੂ ਦੇ ਸ਼ਬਦ ਵਿੱਚ ਮਨ ਪਿਆਰ ਨਾਲ ਭਿੱਜ ਜਾਂਦਾ, ਰਚ ਜਾਂਦਾ ਹੈ, ਭਿਖਿਆ ਸਹਿਜ ਵਿਚਾਰੀ ਖਾਏ। ਕਹਿੰਦੇ ਫਿਰ ਉਹ ਸਹਿਜ ਵਿੱਚ, ਸਹਿਜ ਦਾ ਅਰਥ ਕੀ ਹੁੰਦਾ? ਅਡੋਲਤਾ। ਉਹ ਫਿਰ ਅਡੋਲਤਾ ਵਿੱਚ ਆ ਕੇ ਉਹ ਫਿਰ ਭਿਖਿਆ ਮੰਗਦਾ ਹੈ। ਕਿਹੜੀ ਮੰਗਦਾ ਹੈ? ਪਰਮੇਸ਼ਵਰ ਦੇ ਨਾਮ ਦੀ ਮੰਗਦਾ ਹੈ। ਉਹ ਕਹਿੰਦਾ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਕਹਿੰਦੇ ਤੁਸੀਂ ਆ ਕੇ ਪਰਬਤਾਂ ਦੇ ਵਾਸੀ ਬਣ ਗਏ, ਤੁਸੀਂ ਪਰਿਵਾਰ ਸੰਸਾਰ ਨੂੰ ਤਿਆਗ ਕੇ ਉਹਨਾਂ ਦੇ ਫਿਰ ਘਰ ਮੰਗਣ ਵਾਸਤੇ ਖਲੋ ਗਏ, ਪਰ ਜਿਹਨੇ ਮਨ ਸ਼ਬਦ ਵਿੱਚ ਜੋੜ ਲਿਆ, ਉਹ ਦਾਤੇ ਦੇ ਦਰ ਦਾ ਭਿਖਾਰੀ ਬਣ ਕੇ ਕਹਿੰਦਾ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਉਹ ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਉਹ ਤਾਂ ਫਿਰ ਆ ਖੈਰ ਮਾਲਕ ਦੇ ਦਰ ਤੋਂ ਮੰਗਦਾ ਹੈ। ਇੱਕ ਪਾਸੇ ਮਹਾਰਾਜ ਨੇ ਇਹ ਵੀ ਕਹਿ ਦਿੱਤਾ ਕਿ ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਮੈਂ ਕਾਸਾ ਕਟੋਰਾ ਹੱਥਾਂ ਦਾ ਬਣਾ ਕੇ, ਕਰ ਮੈਨੇ ਹੱਥ, ਕਰ ਕਾਸਾ, ਕਾਸਾ ਮੈਨੇ ਕਟੋਰਾ, ਮੈਂ ਹੱਥਾਂ ਦਾ ਕਟੋਰਾ ਬਣਾ ਕੇ ਵਾਹਿਗੁਰੂ ਜੀ ਤੁਹਾਡੇ ਅੱਗੇ ਖੈਰ ਮੰਗਦਾ। ਤੁਹਾਡੇ ਦਰਸ਼ਨਾਂ ਦੀ ਬੜੀ ਭੁੱਖ ਲੱਗੀ ਪਈ ਆ, ਆਪਣੇ ਦਰਸ਼ਨਾਂ ਦੀ ਖੈਰ ਮੇਰੇ ਭਾਂਡੇ ਵਿੱਚ ਪਾ ਦਿਓ, ਤਾਂ ਕਿ ਮੈਂ ਤੁਹਾਡੇ ਦਰਸ਼ਨ ਕਰਕੇ ਆਪਣੀ ਭੁੱਖ ਮਿਟਾ ਸਕਾਂ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨਹੀਂ, ਮੈਂ ਨਿਤ ਮੰਗਦਾ ਤੁਹਾਡੇ ਦਰ ਤੇ ਖਲੋ ਕੇ। ਇਹ ਕੌਣ ਮੰਗੇਗਾ? ਕਹਿੰਦੇ ਨੇ ਰਚੈ ਮਨ ਭਾਏ, ਜਿਹਦਾ ਮਨ ਸ਼ਬਦ ਵਿੱਚ ਰਚ ਜਾਏਗਾ, ਜਿਹਦੇ ਮਨ ਵਿੱਚ ਸ਼ਬਦ ਦਾ ਅਸਰ ਹੋਏਗਾ, ਉਹ ਫਿਰ ਮਾਲਕ ਦੇ ਦਰ ਤੇ ਭਿਖਿਆ ਨਾਮ ਦੀ ਮੰਗਦਾ ਹੈ। ਭਸਮ ਚੜਾਏ ਕਰੇ ਪਾਖੰਡ। ਪਰ ਸਾਹਿਬ ਕਹਿੰਦੇ ਪੰਗਰਨਾਥ, ਜਿਹੜੇ ਤੂੰ ਜੋਗੀ ਦੀ ਗੱਲ ਕਰਦਾ ਨਾ, ਇਹ ਤਾਂ ਭਸਮ ਚੜਾਏ ਕਰੇ ਪਾਖੰਡ। ਇਹਦੇ ਪਾਖੰਡ ਹੈ। ਪਾਖੰਡ ਦਾ ਮਤਲਬ ਕੀ ਹੁੰਦਾ? ਅੰਦਰੋਂ ਕੁਛ ਤੇ ਬਾਹਰੋਂ ਕੁਛ ਹੈ। ਬਾਹਰੋਂ ਭਸਮ ਚੜਾ ਲਈ ਸਰੀਰ ਤੇ, ਬਾਹਰੋਂ ਤਨ ਉੱਤੇ ਵਿਭੂਤੀ ਮਲ ਲਈ, ਤੇ ਮਨ ਅੰਦਰ ਵਾਸ਼ਨਾਵਾਂ ਨਾਲ ਭਰਿਆ ਪਿਆ, ਮਨ ਅੰਦਰ ਕਿਸੇ ਹੋਰ ਪਾਸੇ ਰਚਿਆ ਪਿਆ, ਮਨ ਵਿੱਚ ਕੁਝ ਹੋਰ ਚੱਲਦਾ ਪਿਆ, ਤੇ ਤਨ ਤੇ ਮਲੀ ਹੋਈ ਭਸਮ ਕੀ ਕਰੇਗੀ? ਤਨ ਤੇ ਮਲੀ ਹੋਈ ਵਿਭੂਤ ਕੀ ਕਰੇਗੀ ਜੇ ਮਨ ਨੂੰ ਰੰਗ ਹੀ ਕਿਸੇ ਹੋਰ ਦਾ ਚੜਿਆ ਪਿਆ? ਗੁਰੂ ਸਾਹਿਬ ਜੀ ਨੇ ਕਿਹੜੀ ਵਿਭੂਤੀ ਕਹੀ ਸੀ ਸਾਨੂੰ ਮੱਲਣ ਵਾਸਤੇ? ਆਪਾਂ ਜਿੰਨੇ ਵੀ ਬੈਠੇ ਆ, ਜਾਂ ਜਿੰਨੇ ਵੀ ਬਾਣੀ ਪੜ੍ਹਨ ਵਾਲੇ ਆ, ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ, ਜਿੰਨੇ ਘਰਾਂ 'ਚ ਬੈਠ ਕੇ ਵਿਦੇਸ਼ਾਂ 'ਚ ਸੁਣ ਰਹੇ ਨੇ, ਸਾਨੂੰ ਕਿਹੜੀ ਵਿਭੂਤੀ ਦਿੱਤੀ ਆ ਮੱਲਣ ਵਾਸਤੇ? ਮਹਾਰਾਜ ਨੇ ਕਿਹਾ ਧਿਆਨ ਕੀ ਕਰੇ ਵਿਭੂਤ। ਆਹ ਵਿਭੂਤੀ ਸਾਡੇ ਕੋਲ ਮੱਲੀ ਨਹੀਂ ਜਾਂਦੀ। ਧਿਆਨ ਦੀ ਵਿਭੂਤੀ, ਸ਼ਬਦ ਵਿੱਚ ਧਿਆਨ ਨੂੰ ਲਾਉਣਾ, ਅਰਦਾਸ ਵਿੱਚ ਧਿਆਨ ਨੂੰ ਲਾਉਣਾ, ਗੁਰੂ ਦੇ ਹੁਕਮ ਨੂੰ ਧਿਆਨ ਲਾ ਕੇ ਸੁਣਨਾ, ਕੀਰਤਨ ਨੂੰ ਧਿਆਨ ਲਾ ਕੇ ਸੁਣਨਾ। ਜੇ ਅਸੀਂ ਕੀਰਤਨ ਵਿੱਚ 2 ਸ਼ਬਦ ਸੁਣੇ, ਜੇ ਇੱਕ ਸ਼ਬਦ ਧਿਆਨ ਲਾ ਕੇ ਸੁਣ ਲਿਆ, ਜਦੋਂ ਜਾਵਾਂਗੇ ਤੇ ਵਿਭੂਤੀ ਮੱਲ ਕੇ ਜਾਵਾਂਗੇ ਅਸੀਂ। ਸਾਡੇ ਮਨ ਉੱਤੇ ਵਿਭੂਤੀ ਧਿਆਨ ਦੀ ਲੱਗ ਜਾਏਗੀ, ਪਰ ਧਿਆਨ ਦੀ ਵਿਭੂਤੀ ਤਾਂ ਚੜ੍ਹਦੀ ਨਹੀਂ। ਸਰੀਰ ਉੱਤੇ ਅਸੀਂ ਵਿਭੂਤੀ ਮੱਲ ਲੈਂਦੇ ਆ, ਕਿਉਂਕਿ ਇਹ ਸੌਖੀ ਹੈ। ਮਹਾਰਾਜ ਕਹਿੰਦੇ ਪਖੰਡ ਹੈ। ਭਸਮ ਚੜਾਏ ਕਰੇ ਪਾਖੰਡ। ਜਿਹੜੇ ਤੁਹਾਡੇ ਵਰਗੇ ਬਾਹਰੀ ਜੋਗੀ ਨੇ, ਉਹ ਭਸਮ ਚੜਾ ਕੇ ਪਖੰਡ ਕਰਦੇ ਹਨ। ਮਾਇਆ ਮੋਹ ਸਹਿਜਮ ਡੰਡ। ਤੇ ਮਾਇਆ ਦੇ ਮੋਹ ਵਿੱਚ ਫਸੇ ਹੁੰਦੇ ਨੇ। ਜਿਹੜੇ ਮਾਇਆ ਦੇ ਮੋਹ ਵਿੱਚ ਫਸੇ ਹੋਏ, ਅੰਦਰੋਂ ਬਾਹਰੋਂ ਤਨ ਤੇ ਭਸਮ ਚੜਾ ਕੇ ਕਹਿੰਦੇ ਅਸੀਂ ਜੋਗੀ ਬਣ ਗਏ ਆ, ਇਹਨਾਂ ਨੂੰ ਜਮ ਦਾ ਡੰਡ ਸਹਿਣਾ ਪੈਂਦਾ ਹੈ। ਇਹਨਾਂ ਦੇ ਸਿਰ ਤੇ ਇੱਕ ਦਿਨ ਜਮ ਦਾ ਡੰਡਾ ਵੱਜਦਾ ਹੈ। ਇੱਕ ਦਿਨ ਫਿਰ ਇਹਨਾਂ ਦੇ ਲੇਖੇ ਮੁਤਾਬਕ ਇਹਨਾਂ ਨੂੰ ਫਿਰ ਉਹਨਾਂ ਜਮਾਂ ਦੀ ਮਾਰ ਸਹਿਣੀ ਪੈਂਦੀ ਹੈ। ਫੁੱਟੇ ਭਾਖਰ ਵੀਖ ਨਾ ਪਾਏ। ਇੱਕ ਦਿਨ ਫਿਰ ਆ ਭਾਂਡਾ ਫੁੱਟ ਜਾਂਦਾ ਹੈ, ਕਿਉਂਕਿ ਦੇਖੋ ਆਪਾਂ ਖੈਰ ਮੰਗਣੀਆਂ, ਹੁਣ ਬਾਹਰੋਂ ਕਿਸੇ ਦੇ ਦਰ ਤੇ ਖਲੋ ਕੇ ਖੈਰ ਮੰਗਣੀਆਂ, ਤੇ ਹੱਥ 'ਚ ਭਾਂਡਾ ਤੇ ਹੋਣਾ ਚਾਹੀਦਾ ਹੈ, ਹੱਥ ਵਿੱਚ ਖੱਪਰ ਤੇ ਹੋਣਾ ਚਾਹੀਦਾ ਹੈ। ਹੁਣ ਜੇ ਮਾਲਕ ਦੇ ਦਰ ਦੀ ਖੈਰ ਮੰਗਣੀ ਹੈ, ਤੇ ਖੱਪਰ ਭਾਂਡਾ ਕਿਹਨੂੰ ਬਣਾਉਣਾ ਹੈ? ਆ ਸਾਡੀ ਬੋਡੀ ਨੂੰ, ਇਹ ਸਰੀਰ ਨੂੰ ਬਣਾਉਣਾ ਖੱਪਰ। ਅਸੀਂ ਉਹ ਦਾਤ ਲੈ ਕੇ ਇਸ ਭਾਂਡੇ ਦੇ ਵਿੱਚ ਪਾਉਣੀ ਆ। ਤੇ ਮਹਾਰਾਜ ਜੀ ਕਹਿੰਦੇ ਜੇ ਇਹ ਤੇਰਾ ਖੱਪਰ ਫੁੱਟ ਹੀ ਗਿਆ, ਜੇ ਤੇਰਾ ਭਾਂਡਾ ਫੁੱਟ ਹੀ ਗਿਆ, ਜੇ ਤੇਰਾ ਆਖਰੀ ਸਾਹ ਨਿਕਲ ਗਿਆ, ਫੁੱਟੇ ਖਾਪਰ ਭੀਖ ਨਾ ਭਾਏ। ਜਿਹੜਾ ਸਰੀਰ ਮੁਰਦਾ ਹੋ ਜਾਏ ਨਾ, ਡੈਡ ਹੋ ਜਾਏ, ਸਰੀਰ ਵਿੱਚੋਂ ਆਖਰੀ ਸਾਹ ਨਿਕਲ ਜਾਏ, ਜਿਹਨੂੰ ਮੌਤ ਆ ਜਾਏ, ਤੇ ਉਹ ਕਦੀ ਆ ਕੇ ਕਹੇਗਾ ਬਿਸਰ ਨਹੀਂ ਦਾਤਾਰ ਆਪਣਾ ਨਾਮ ਦਿਓ? ਉਹ ਕਦੇ ਨਹੀਂ ਕਹਿ ਸਕਦਾ, ਕਿਉਂਕਿ ਭਾਂਡਾ ਫੁੱਟ ਗਿਆ। ਹਜੇ ਸਾਡੇ ਭਾਂਡੇ ਸਹੀ ਸਲਾਮਤ ਨੇ, ਅਸੀਂ ਗੁਰੂ ਦਰ ਤੇ ਆ ਕੇ ਇਹ ਖੈਰ ਨਿਤ ਮੰਗਿਆ ਕਰੀਏ ਕਿ ਮਾਲਕ ਜੀ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਤੇ ਜਿੱਦਣ ਭਾਂਡਾ ਫੁੱਟ ਗਿਆ, ਉਦੋਂ ਇਹ ਦਾਤ ਨਹੀਂ ਮੰਗੀ ਜਾਣੀ। ਤਾਂ ਹੀ ਤੇ ਕਬੀਰ ਸਾਹਿਬ ਨੇ ਆਖਿਆ ਸੀ, ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ ਪ੍ਰਾਣ ਜਾਏਂਗੇ ਝੂਠ। ਜਦੋਂ ਪ੍ਰਾਣ ਛੁੱਟ ਗਏ ਤੇ ਭਾਂਡਾ ਫੁੱਟ ਜਾਣਾ, ਤੇ ਜਦੋਂ ਆ ਭਾਂਡਾ ਫੁੱਟ ਗਿਆ, ਫਿਰ ਭਾਵਨਾ ਨਾਲ ਭਿੱਜ ਕੇ ਆ ਭੀਖ ਨਹੀਂ ਮੰਗੀ ਜਾਣੀ, ਫਿਰ ਇਸ ਦਰ ਦੇ ਭਿਖਾਰੀ ਨਹੀਂ ਬਣਿਆ ਜਾਣਾ, ਫਿਰ ਨਾਮ ਦੀ ਖੈਰ ਸਾਡੇ ਕੋਲੋਂ ਮੰਗੀ ਨਹੀਂ ਜਾਣੀ। ਹੁਣ ਤੇ ਅਸੀਂ ਕਹਿ ਸਕਦੇ ਹਾਂ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਹੁਣ ਤੇ ਕਹਿ ਸਕਦੇ ਹਾਂ ਕਿ ਵਾਹਿਗੁਰੂ ਜੀ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਇਸ ਲਈ ਮਹਾਰਾਜ ਕਹਿੰਦੇ ਫੁੱਟੇ ਖਾਪਰ, ਜਦੋਂ ਇਹ ਖੱਪਰ ਫੁੱਟ ਗਿਆ, ਭੀਖ ਨਾ ਭਾਏ, ਫਿਰ ਆ ਭੀਖ ਜਿਹੜੀ ਭਾਵਨਾ ਨਾਲ ਨਹੀਂ ਮੰਗੀ ਜਾਵੇਗੀ। ਮੰਗਣ ਬੰਦਿਆ ਆਵੇ ਜਾਏ। ਤੇ ਜੇ ਸਰੀਰ ਰੂਪੀ ਭਾਂਡਾ ਫੁੱਟ ਗਿਆ ਤੇ ਨਾਮ ਦੀ ਖੈਰ ਨਹੀਂ ਮਿਲੀ, ਅੰਦਰ ਧਿਆਨ ਕਰਕੇ ਅਬ ਬੁੱਧੀ ਅੰਦਰ ਨਹੀਂ ਮਨ ਨੂੰ ਚੜੀ, ਤਾਂ ਸਭ ਕਹਿੰਦੇ ਫਿਰ ਕੀ ਹੋਏਗਾ? ਬੰਧਨ ਬੰਦਿਆ ਆਵੇ ਜਾਏ। ਫਿਰ ਆ ਸਾਡੀ ਜਿਹੜੀ ਅੰਦਰੋਂ ਜਿੱਦ ਨਿਕਲਣੀ ਹੈ ਨਾ, ਇਹ ਬੰਧਨਾਂ ਵਿੱਚ ਫਸੀ ਹੋਈ ਆਉਣ ਜਾਣ ਦੇ ਚੱਕਰ ਵਿੱਚ ਪਈ ਰਹੇਗੀ। ਇਹਦਾ ਆਵਾਗਮਨ ਨਹੀਂ ਮੁੱਕਣਾ। ਅਸੀਂ ਜਿੰਨਾ ਚਿਰ ਜਿਉਂਦੇ ਆ ਨਾ, ਇੱਥੇ ਆ ਕੇ ਕਿਹਾ ਕਰੀਏ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਤੇਰਾ। ਜਦੋਂ ਆਖਰੀ ਸਾਹ ਨਿਕਲ ਗਿਆ, ਉਦੋਂ ਅਸੀਂ ਨਹੀਂ ਕਹਿਣਾ। ਫਿਰ ਸਾਡੇ ਨਾਮ ਤੇ ਜਿੰਨੇ तमाम ਲੋਕ ਇਕੱਠੇ ਹੋਏ ਹੋਣਗੇ, ਉਹ ਸਾਡੇ ਲਈ ਅਰਦਾਸ ਕਰਨਗੇ, ਉਦੋਂ ਅਸੀਂ ਨਹੀਂ ਕਰ ਸਕਦੇ।
ਇਸ ਲਈ ਮਾਰੇ ਕਹਿੰਦੇ ਫਿਰ ਇਹ ਜੀਵ ਆਤਮਾ ਬੰਧਨ ਵਿੱਚ ਪਈ ਆਵਾਗਮਨ ਵਿੱਚ ਪਈ ਰਹਿ ਜਾਵੇਗੀ। ਬਿੰਦ ਨਾ ਰਖੈ ਜਤੀ ਗਾਵੇ ਸਾਹਿਬ ਜੀ ਕਹਿੰਦੇ ਆ ਆਪਣਾ ਬਿੰਦ ਮੈਨੇ ਵੀਰਜ ਭਾਵ ਵਾਸ਼ਨਾਵਾਂ ਅੰਦਰੋਂ ਵਾਸ਼ਨਾਵਾਂ ਕੰਟਰੋਲ ਹੁੰਦੀਆਂ ਨਹੀਂ, ਬਾਹਰੋਂ ਆਪਣੇ ਆਪ ਨੂੰ ਜਤੀ ਕਹਾ ਕੇ ਮਹਾਨ ਬਣਦੇ ਹਾਂ। ਮਾਈ ਮੰਗਤ ਤੈ ਲੁਭਾਵੇ ਆ ਜਿਹੜੀ ਮਾਇਆ ਰੂਪੀ ਮਾਈ ਹੈ ਇਹ ਮੰਗਣ ਉੱਤੇ ਲਾ ਦਿੱਤਾ ਇਹਨੇ। ਤ੍ਰੈ ਗੁਣਾਂ ਦੇ ਵਿੱਚ ਫਸਿਆ ਹੋਇਆ ਜੀਵ, ਲੋਭ ਵਿੱਚ ਫਸਿਆ ਹੋਇਆ ਜੀਵ ਫਿਰ ਇਸ ਮਾਇਆ ਦੇ ਕਰਕੇ ਭਟਕਦਾ ਹੈ। ਨਿਰਦਇਆ ਨਹੀਂ ਜੋਤ ਉਜਾਲਾ ਜਿਹਦੇ ਅੰਦਰ ਮਾਇਆ ਦਾ ਮੋਹ ਹੈ, ਜਿਹੜਾ ਲੁਭਾਏ ਮਨ ਲੋਭ ਵਿੱਚ ਫਸਿਆ ਹੋਇਆ ਹੈ, ਜਿਹੜਾ ਅੰਦਰ ਵਾਸ਼ਨਾਵਾਂ ਨੂੰ ਕੰਟਰੋਲ ਨਹੀਂ ਕਰ ਸਕਦਾ, ਮਾਰੇ ਕਹਿੰਦੇ ਨਿਰਦਇਆ, ਉਹਦੇ ਅੰਦਰ ਦਇਆ ਨਾਮ ਕੋਈ ਚੀਜ਼ ਨਹੀਂ ਹੁੰਦੀ, ਕੋਈ ਉਹਦੇ ਅੰਦਰ ਦਇਆ ਨਹੀਂ ਹੁੰਦੀ ਹੈ ਤੇ ਨਾ ਹੀ ਉਹਦੇ ਅੰਦਰ ਜੋਤ ਦਾ ਪ੍ਰਕਾਸ਼ ਹੁੰਦਾ ਹੈ, ਉੱਥੇ ਪਖੰਡ ਕਰਕੇ ਲੋਕਾਂ ਨੂੰ ਦਿਖਾਉਂਦਾ ਹੈ। ਬੂਢੇ ਤਰਵ ਜੰਜਾਲਾ ਫਿਰ ਇਹੋ ਜਿਹੇ ਲੋਕ ਜਿਹੜੇ ਬਾਹਰੋਂ ਧਰਮੀ ਬਣ ਕੇ ਦਿਖਾਉਂਦੇ ਆ, ਅੰਦਰੋਂ ਇੰਦਰੀਆਂ ਨੂੰ ਵਾਸ਼ਨਾਵਾਂ ਨੂੰ ਕੰਟਰੋਲ ਨਹੀਂ ਕਰ ਪਾਉਂਦੇ ਆ, ਉਹ ਫਿਰ ਇੱਕ ਦਿਨ ਡੁੱਬ ਜਾਂਦੇ ਆ। ਆ ਸਾਰੇ ਸੰਸਾਰ ਦੇ ਜੰਜਾਲ ਵਿੱਚ ਫਸੇ ਹੋਏ, ਮੋਹ ਮਾਇਆ 'ਚ ਫਸੇ ਹੋਏ ਉਹ ਡੁੱਬ ਜਾਂਦੇ ਨੇ, ਫਿਰ ਉਹ ਪਾਰ ਨਹੀਂ ਲੰਘ ਸਕਦੇ। ਕਿਉਂਕਿ ਮਨਮੁਖ ਜਿਹੜਾ ਡੁੱਬ ਜਾਂਦਾ ਹੈ, ਗੁਰਮੁਖ ਜਿਹੜਾ ਬਚ ਕੇ ਤਰ ਜਾਂਦਾ ਹੈ। ਅਜੇ ਇਹ ਸ਼ਬਦ ਦੀ ਜਿਹੜੀਆਂ ਪਾਵਨ ਪੰਕਤੀਆਂ ਬਾਕੀ ਨੇ, ਸਮਾਂ ਸਮਾਪਤ ਹੋ ਗਿਆ। ਇਹ ਜਿਹੜਾ ਸ਼ਬਦ ਗੁਰੂ ਸਾਹਿਬ ਜੀ ਉਚਾਰਨ ਕਰ ਰਹੇ ਨੇ, ਰਹਿੰਦੀਆਂ ਪਾਵਨ ਪੰਕਤੀਆਂ ਦੀ ਵਿਚਾਰ ਅਗਲੇਰੇ ਸਮੇਂ ਵਿੱਚ ਆਪਾਂ ਇਹਨਾਂ ਨੂੰ ਜਾਣਨ ਸਮਝਣ ਦਾ ਯਤਨ ਕਰਾਂਗੇ ਕਿ ਗੁਰੂ ਨਾਨਕ ਸਾਹਿਬ ਜੀ ਜੋਗੀਆਂ ਦੇ ਰਾਹੀਂ ਸਾਨੂੰ ਸੰਸਾਰੀ ਦੁਨਿਆਵੀ ਜੀਵਨ ਨੂੰ ਕੀ ਸਮਝਾ ਰਹੇ ਨੇ ਤੇ ਸਮਝਾ ਕੇ ਕੀ ਨਤੀਜਾ ਕੱਢਦੇ ਆ ਕਿ ਹਰ ਵੇਲੇ ਮਾਲਕ ਦੇ ਦਰ ਤੇ ਖੈਰ ਮੰਗਿਆ ਕਰੋ, ਹਰ ਸਵਾਸ ਵਿੱਚ ਖੈਰ ਮੰਗਿਆ ਕਰੋ ਤਾਂ ਕਿ ਇਸ ਦਾਤ ਨਾਲ ਸਾਡਾ ਜੀਵਨ ਲੇਖੇ ਵਿੱਚ ਲੱਗ ਜਾਏ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਵਿਸਰ ਨਹੀਂ ਦਾਤਾਰ, ਵਿਸਰ ਨਹੀਂ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਰੂ ਪਾਤਸ਼ਾਹ ਕਿਰਪਾ ਕਰਨ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਨੇ ਬਖਸ਼ ਦੇਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਆਪ ਵੀ ਜੁੜੋ, ਹੋਰਾਂ ਨੂੰ ਵੀ ਜੁੜੋ, ਆਪ ਵੀ ਨਿਤਨੇਮੀ ਬਣੀਏ, ਅੰਮ੍ਰਿਤ ਵੇਲੇ ਨੂੰ ਸੰਭਾਲੀਏ, ਬਾਣੀ ਦੇ ਧਾਰਨੀ ਬਣੀਏ, ਹੋਰਾਂ ਨੂੰ ਵੀ ਪ੍ਰੇਰ ਕੇ ਗੁਰੂ ਚਰਨਾਂ ਨਾਲ ਜੁੜੀਏ। ਕੱਲ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ, 15 ਭਗਤਾਂ ਦੇ ਵਿੱਚੋਂ ਭਗਤ ਧੰਨਾ ਜੀ ਦਾ ਪਾਵਨ ਪੁਰਬ। ਇਹ ਪਾਵਨ ਦਿਹਾੜੇ ਨੇ, ਅੰਮ੍ਰਿਤ ਵੇਲੇ ਤੋਂ ਰਾਤਰੀ ਦੇ ਦੀਵਾਨਾਂ ਤੱਕ ਵਿਸ਼ੇਸ਼ ਦੀਵਾਨ ਸਜਣਗੇ। ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕਰਨੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।